ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਪੰਜਵਾ। ਅਬ ਮੋਹਿ ਰਾਮ ਭਰੋਸਾ ਪਾਏ, ਜੋ ਜੋ ਸਰਣ ਪਰਿਓ ਕਰੁਣਾ ਨਿਧ, ਤੇ ਤੇ ਭਵਹਿ ਤਰਾਏ। ਅਬ ਮੋਹਿ ਰਾਮ ਭਰੋਸਾ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ, ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਪੰਜਵਾ। ਸਾਰੰਗ ਰਾਗ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਗੁਰਬਾਣੀ ਦੇ ਰਚਨਹਾਰ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਅਬ ਮੋਹਿ ਰਾਮ ਭਰੋਸਾ ਪਾਏ। ਹੁਣ ਮੈਂ ਪਰਮੇਸ਼ਰ ਦਾ ਭਰੋਸਾ ਪਾਉਣਾ ਕੀਤਾ ਹੈ ਕਿ ਜੋ ਜੋ ਸਰਣ ਪਰਿਓ ਕਰੁਣਾ ਨਿਧ, ਜਿਹੜਾ ਜਿਹੜਾ ਵੀ ਕਿਰਪਾ ਦੇ ਸਮੁੰਦਰ ਅਕਾਲ ਪੁਰਖ ਦੀ ਓਟ ਵਿੱਚ ਪਿਆ ਹੈ, ਤੇ ਤੇ ਭਵਹਿ ਤਰਾਏ। ਉਹ ਪੁਰਖ ਪਰਮੇਸ਼ਰ ਨੇ ਸੰਸਾਰ ਸਮੁੰਦਰ ਤੋਂ ਤਾਰ ਲਿਆ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਸੁਖ ਸੋਇਓ ਅਰ ਸਹਿਜ ਸਮਾਇਓ। ਹੁਣ ਮੇਰਾ ਮਨ ਆਨੰਦ ਦੇ ਸਹਿਤ ਨਿਰਵਿਕਲਪ ਸਮਾਧੀ ਵਿੱਚ ਸੁੱਤਾ ਬਿਰਾਜਿਆ ਹੈ ਅਤੇ ਗਿਆਨ ਸਰੂਪ ਦੇ ਵਿੱਚ ਸਮਾ ਗਿਆ, ਲੀਨ ਹੋ ਗਿਆ ਹੈ। ਸਹਸਾ ਗੁਰਹਿ ਗਵਾਏ। ਕਿਉਂਕਿ ਪੂਰੀਆਂ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਅੰਦਰੋਂ ਪ੍ਰਮਾਣਗਤ ਪ੍ਰਮੇਯਗਤ ਆਦਿਕ ਸੰਸਾ ਗਵਾ ਦਿੱਤਾ ਹੈ। ਜੋ ਚਾਹਤ ਸੋਈ ਹਰ ਕੀਓ। ਜੋ ਮੈਂ ਚਾਹੁੰਦਾ ਸੀ ਉਹੀ ਹਰੀ ਪਰਮੇਸ਼ਰ ਨੇ ਕੀਤਾ ਹੈ। ਮਨ ਬਾਂਛਤ ਫਲ ਪਾਏ। ਅਤੇ ਮੈਂ ਮਨ ਇੱਛਤ ਧਰਮ ਅਰਥ ਕਾਮ ਮੋਖ ਆਦਿਕ ਸਾਰੇ ਹੀ ਫਲ ਪਰਮੇਸ਼ਰ ਪਾਸੋਂ ਪਾ ਲਏ ਹਨ। ਹਿਰਦੈ ਜਪੋ ਨੇਤਰ ਧਿਆਨ ਲਾਵੋ। ਮੈਂ ਹਿਰਦੇ ਵਿੱਚ ਹਰ ਵਕਤ ਪ੍ਰਭੂ ਨੂੰ ਜਪਦਾ ਰਹਿੰਦਾ ਹਾਂ। ਪ੍ਰਤੱਖ ਅੱਖਾਂ ਦੇ ਨਾਲ ਦਰਸ਼ਨ ਕਰਨ ਵਾਸਤੇ ਪ੍ਰਭੂ ਚਰਨਾਂ ਵਿੱਚ ਧਿਆਨ ਲਾਉਂਦਾ ਹਾਂ, ਜਾਂ
ਮਨ ਬੁੱਧ ਵੈਰਾਗ ਵਿਵੇਕ ਰੂਪ ਨੇਤਰਾਂ ਵਿੱਚ ਪ੍ਰਭੂ ਚਰਨਾਂ ਦਾ ਧਿਆਨ ਲਾਉਂਦਾ ਹਾਂ ਸ਼੍ਰਵਣੀ ਕਥਾ ਸੁਨਾਏ ਅਤੇ ਪ੍ਰਤੱਖ ਜਾਂ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਨਾਲ ਪ੍ਰਭੂ ਪ੍ਰਾਪਤੀ ਵਾਲੀ ਕਥਾ ਸੁਣਦਾ ਹਾਂ ਜਾਂ ਕੰਨਾਂ ਨੂੰ ਪ੍ਰਭੂ ਪ੍ਰਾਪਤੀ ਵਾਲੀ ਕਥਾ ਸੁਣਾਉਂਦਾ ਹਾਂ ਚਰਣੀ ਚਲਾਓ ਮਾਰਗ ਠਾਕੁਰ ਕੈ ਸੁਆਮੀ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਸਤਸੰਗਤ ਰੂਪ ਰਸਤੇ 'ਤੇ ਪੈਰਾਂ ਦੇ ਨਾਲ ਮੈਂ ਚੱਲਦਾ ਤੁਰਦਾ ਹਾਂ ਰਸਨਾ ਹਰ ਗੁਣ ਗਾਏ ਤੇ ਰਸਨਾ ਜ਼ਬਾਨ ਦੇ ਨਾਲ ਹਰ ਵਕਤ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਹਾਂ ਇਸੇ ਪ੍ਰਕਾਰ ਚਰਣੀ ਚਲਾਓ ਮਾਰਗ ਠਾਕੁਰ ਕੈ ਜੋ ਮੈਂ ਪੈਰਾਂ ਨਾਲ ਚੱਲ ਕੇ ਤੁਰ ਕੇ ਸਤਸੰਗਤ ਵਿੱਚ ਜਾਂਦਾ ਹਾਂ ਇਹੀ ਮਾਲਕ ਪਰਮੇਸ਼ਰ ਦੀ ਪ੍ਰਾਪਤੀ ਦਾ ਅਸਲੀ ਰਸਤਾ ਹੈ ਇਸੇ ਪ੍ਰਕਾਰ ਚਰਣੀ ਚਲਾਓ ਮਾਰਗ ਠਾਕੁਰ ਕੈ ਮੈਂ ਸੁਆਮੀ ਪਰਮੇਸ਼ਰ ਦੇ ਪ੍ਰਾਪਤੀ ਵਾਲੇ ਸਤਸੰਗਤ ਰੂਪ ਰਸਤੇ ਦੇ ਉੱਤੋਂ ਭੈ ਰੂਪੀ ਚਰਨਾਂ ਦੇ ਸਹਿਤ ਹੋ ਕੇ ਚੱਲਦਾ ਹਾਂ ਰਸਨਾ ਹਰ ਗੁਣ ਗਾਏ ਅਤੇ ਪ੍ਰੀਤੀ ਰੂਪ ਰਸਨਾ ਦੇ ਨਾਲ ਹਰ ਵਕਤ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਰਹਿੰਦਾ ਹਾਂ ਦੇਖਿਓ ਦ੍ਰਿਸ਼ਟ ਸਰਬ ਮੰਗਲ ਰੂਪ ਜਿਸ ਵਕਤ ਉਲਟੀ ਸੰਤ ਕਰਾਏ ਸ਼ਾਂਤ ਆਤਮਾ ਵਾਲੇ ਗੁਰਾਂ ਜਾਂ ਸੰਤ ਜਨਾਂ ਨੇ ਸੰਸਾਰਕ ਬਿਰਤੀ ਉਲਟਾ ਕੇ ਬ੍ਰਹਮਾਕਾਰ ਕਰ ਦਿੱਤੀ ਤਦ ਸਾਰੀਆਂ ਥਾਵਾਂ ਵਿੱਚ ਵਿਆਪਕ ਆਨੰਦ ਸਰੂਪ ਪਰਮੇਸ਼ਰ ਨੂੰ ਦਿਵ ਦ੍ਰਿਸ਼ਟੀ ਬ੍ਰਹਮ ਦ੍ਰਿਸ਼ਟੀ ਦੁਆਰਾ ਵੇਖ ਲਿਆ ਜਾਂ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਜਸ ਰੂਪ ਪਰਮੇਸ਼ਰ ਨੂੰ ਹਿਰਦੇ ਦੇ ਅੰਦਰ ਹੀ ਵੇਖ ਲਿਆ ਹੈ ਪਾਇਓ ਲਾਲ ਅਮੋਲ ਨਾਮ ਹਰ ਮੈਂ ਗੁਰੂ ਉਪਦੇਸ਼ ਦੁਆਰਾ ਹਰੀ ਪਰਮੇਸ਼ਰ ਦਾ ਮੁੱਲ ਤੋਂ ਰਹਿਤ ਨਾਮ ਰੂਪੀ ਲਾਲ ਪਾਉਣਾ ਕੀਤਾ ਹੈ ਜਾਂ ਪਰਮੇਸ਼ਰ ਦਾ ਨਾਮ ਜਪ ਕੇ ਬ੍ਰਹਮਾਨੰਦ ਰੂਪ ਅਮੋਲਕ ਲਾਲ ਪਾਉਣਾ ਕੀਤਾ ਹੈ ਛੋੜ ਨਾ ਕਤਹੁ ਜਾਏ ਇਸ ਨੂੰ ਛੱਡ ਕੇ ਹੁਣ ਮੇਰਾ ਮਨ ਹੋਰ ਕਿਸੇ ਪਾਸੇ ਵੀ ਨਹੀਂ ਜਾਂਦਾ ਕਵਨ ਉਪਮਾ ਕੌਣ ਬੜਾਈ ਇਸ ਦੀ ਉਪਮਾ ਦੇਵਾਂ ਕਿਹੜੀ ਵਡਿਆਈ ਕਰਾਂ ਕਿਆ ਗੁਣ ਕਹੂੰ ਰਿਝਾਏ ਅਤੇ ਕਿਹੜੇ ਗੁਣ ਕਹਿ ਕੇ ਆਖ ਕੇ ਪਰਮੇਸ਼ਰ ਨੂੰ ਪ੍ਰਸੰਨ ਕਰਾਂ ਹੋਤ ਕਿਰਪਾਲ ਦੀਨ ਦਇਆ ਪ੍ਰਭ ਜਿਸ ਗਰੀਬ ਉਤੇ ਦਿਆਲਤਾ ਕਰਕੇ ਪਰਮੇਸ਼ਰ ਕਿਰਪਾਲੂ ਹੁੰਦਾ ਹੈ ਜਾਂ ਗਰੀਬਾਂ ਦੇ ਮਿਹਰ ਦੀ ਦ੍ਰਿਸ਼ਟੀ ਕਰਨ ਵਾਲਾ ਪਰਮੇਸ਼ਰ ਜਿਸ ਉੱਪਰ ਆਪ ਕਿਰਪਾਲੂ ਹੁੰਦਾ ਹੈ ਜਨ ਨਾਨਕ ਦਾਸ ਦਸਾਏ ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਕਿ ਉਹ ਪੁਰਖ ਹਉਮੈ ਤੋਂ ਰਹਿਤ ਹੋ ਕੇ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦੇ ਸੇਵਕਾਂ ਦਾ ਸੇਵਕ ਕਹਾਉਂਦਾ ਜਾਂ ਸਦਾਉਂਦਾ ਹੈ ਸਾਰਗ ਮਹਲਾ ਪੰਜਵਾ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਵਿੱਚ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ ਓਏ ਸੁਖ ਉਹ ਜਿਹੜਾ ਬ੍ਰਹਮਾਨੰਦ ਦਾ ਸੁਖ ਬ੍ਰਹਮ ਗਿਆਨੀ ਪੁਰਖਾਂ ਨੂੰ ਪ੍ਰਾਪਤ ਹੋਇਆ ਹੈ ਕਾਸੋ ਬਰਨ ਸੁਨਾਵਤ ਉਹ ਸੁਖ ਕਿਸ ਦੇ ਕੋਲ ਵਰਣਨ ਕਰਕੇ ਸੁਣਾਉਣਾ ਕਰੀਏ ਭਾਵ ਸੁਣਾ ਨਹੀਂ ਸਕਦੇ ਬ੍ਰਹਮ ਹੈ ਬ੍ਰਹਮ ਮਿਲਿਆ ਕੋਈ ਨਾ ਸਕੈ ਭਿੰਨ ਕਰ ਬਲਰਾਮ ਜੀਓ ਸੋ ਕਹਿੰਦੇ ਨੇ ਜੋ ਸੁਰਜਨ ਗ੍ਰਹਿ ਭੀਤਰ ਆਇਓ ਤਬ ਮੁਖ ਕਾਜ ਲਜੋ कुआर कन्या जैसे संग सहेरी प्रे बचन उपहास कहो जो सुरजन गृह भीतर आयो ता मुख काज लजो जिमें
ਜੋ ਬੀਬੀਆਂ ਨੇ ਆਪਸ ਵਿੱਚ ਕਰਦੀਆਂ ਗੱਲਾਂ ਨੂੰ ਸਭਨਾਂ ਨੂੰ ਸਾਂਝੀਆਂ ਕਰਦੀਆਂ, ਪਰ ਜਿਸ ਵਕਤ ਪਤੀ ਦੀ ਪ੍ਰਾਪਤੀ ਦਾ, ਦਰਸ਼ਨ ਦਾ, ਮਿਲਾਪ ਦੇ ਆਨੰਦ ਦਾ ਬਚਨ ਆਉਂਦਾ ਹੈ, ਤਦ ਕੁਛ ਵੀ ਬੋਲਣ ਤੋਂ ਬਗੈਰ ਮੁੱਖ 'ਤੇ ਕੱਪੜਾ ਲੈ ਕੇ ਉਹ ਬੀਬੀ ਸ਼ਰਮ ਕਰਕੇ ਪਰਾਂ ਨੂੰ ਹੋ ਜਾਂਦੀ ਹੈ। ਇਉਂ ਜੋ ਮਹਾਰਾਜ ਦੀ ਪ੍ਰਾਪਤੀ ਦਾ ਆਨੰਦ ਹੈ, ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਸੋ ਜਿਸ ਨੂੰ ਆਇਆ ਉਹੀ ਜਾਣ ਸਕਦਾ ਹੈ, ਜਿਸ ਨੂੰ ਆਇਆ ਪ੍ਰੇਮ ਰਸ। ਇਉਂ ਮਹਾਰਾਜ ਫਰਮਾਉਂਦੇ ਨੇ, ਤਿਸੈ ਹੀ ਜਰਨੇ ਆਨੰਦ ਵਿਨੋਦ ਪੇਖ ਪ੍ਰਭ ਦਰਸ਼ਨ। ਉਸ ਪਰਮੇਸ਼ਰ ਦੇ ਆਨੰਦਦਾਇਕ ਵਿਨੋਦ ਕੌਤਕ ਅਤੇ ਦਰਸ਼ਨ ਦੀਦਾਰ ਵੇਖ ਕਰਕੇ ਤਤ ਬੇਤੇ ਪੁਰਖਾਂ ਦਾ ਮਨ ਮੰਗਲ ਗੁਣ ਗਾਵਤ। ਜੋ ਮਨ ਚਿੱਤ ਹੈ ਆਨੰਦ ਪ੍ਰਸੰਨਤਾ ਦੀ ਸਹਿਤ ਹੋ ਕੇ ਪ੍ਰਭੂ ਦੇ ਗੁਣਾਂ ਨੂੰ ਗਾਉਂਦਾ ਹੈ, ਜਾਂ ਮਨ ਪ੍ਰਭੂ ਦੇ ਗੁਣਾਂ ਨੂੰ ਮੰਗਲ ਜਸ ਰੂਪ ਦੇ ਵਿੱਚ ਗਾਉਂਦਾ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ, ਬਿਸਮ ਭਈ ਪੇਖ ਬਿਸਮਾਦੀ। ਆਸ਼ਚਰਜ ਸਰੂਪ ਪਰਮੇਸ਼ਰ ਨੂੰ ਵੇਖ ਕੇ ਤਤ ਬੇਤੇ ਪੁਰਖਾਂ ਦੀ ਬਿਰਤੀ ਆਸ਼ਚਰਜ ਹੀ ਹੋਈ ਹੈ। ਪੂਰ ਰਹੇ ਕਿਰਪਾਵਤ। ਅਤੇ ਕਿਰਪਾਲੂ ਪਰਮੇਸ਼ਰ ਨੂੰ ਸਭ ਥਾਵਾਂ ਵਿੱਚ ਪੂਰਨ ਹੋ ਰਿਹਾ ਜਾਣਦੀ ਹੈ। ਅਰਥਾਤ ਜਿਵੇਂ ਨਦੀਆਂ ਨਾਲੇ ਸਮੁੰਦਰ ਦਾ ਅੰਤ ਲੈਣ ਵਾਸਤੇ ਜਾਂਦੇ ਨੇ ਤਾਂ ਸਮੁੰਦਰ ਦੇ ਵਿੱਚ ਹੀ ਜਾ ਮਿਲਦੇ ਹਨ, ਸਮੁੰਦਰ ਦਾ ਅੰਤ ਨਹੀਂ ਪਾ ਸਕਦੇ। ਇਸੇ ਪ੍ਰਕਾਰ ਮਹਾਤਮਾ ਦੀ ਬਿਰਤੀ ਰੂਪ ਨਦੀ ਬ੍ਰਹਮਾਕਾਰ ਹੋ ਕੇ ਆਤਮਕ ਆਨੰਦ ਰੂਪ ਸਮੁੰਦਰ ਨੂੰ ਦੇਖਣ ਵਾਸਤੇ ਜਾਂਦੀ ਹੈ, ਪਰ ਉਲਟ ਕੇ ਉਸੇ ਦਾ ਹੀ ਰੂਪ ਹੋ ਜਾਂਦੀ ਹੈ। ਪੀਓ ਅੰਮ੍ਰਿਤ ਨਾਮ ਅਮੋਲਕ। ਤਤ ਬੇਤੇ ਪੁਰਖਾਂ ਨੇ ਜੋ ਮੁੱਲ ਰੋਹ ਰਹਿਤ ਪ੍ਰਭੂ ਦਾ ਨਾਮ ਰੂਪ ਅੰਮ੍ਰਿਤ ਪੀਤਾ ਹੈ, ਉਹ ਤਤ ਬੇਤੇ ਪੁਰਖਾਂ ਨੂੰ ਇੰਨਾ ਉਹਦਾ ਆਨੰਦ ਪ੍ਰਾਪਤ ਹੋਇਆ ਹੈ। ਜੋ ਚਾਖ ਗੂੰਗਾ ਮੁਸਕਾਵਤ। ਜਿਵੇਂ ਜ਼ਬਾਨ ਨਾਲ ਨਾ ਬੋਲ ਸਕਣ ਵਾਲਾ ਗੂੰਗਾ ਪੁਰਖ ਤੇ ਗੂੰਗੇ ਕੀ ਮਠਿਆਈ ਆਦਿਕ ਮਿੱਠਾ ਪਦਾਰਥ ਚੱਕ ਕੇ ਖੁਸ਼ੀ ਨਾਲ ਮੁਸਕਰਾਉਂਦਾ, ਕੱਛਾ ਮਾਰਦਾ, ਨੱਚਦਾ ਹੈ, ਪਰ ਉਹ ਬੋਲ ਨਹੀਂ ਸਕਦਾ। ਜੈਸੇ ਪਵਨ ਬੰਦ ਕਰ ਰੱਖਿਓ। ਜਿਵੇਂ ਕਿਸੇ ਜੋਗੀ ਨੇ ਆਪਣੇ ਸਵਾਸਾਂ ਨੂੰ ਬੰਨ੍ਹ ਕੇ ਦਸਮ ਦੁਆਰ ਦੇ ਵਿੱਚ ਰੋਕ ਕੇ ਰੱਖਿਆ ਹੋਵੇ, ਤਾਂ ਉਸ ਜੋਗੀ ਪੁਰਖ ਨੂੰ ਕਿਸੇ ਦੂਸਰੇ ਦੇ ਕੋਲ ਬੂਝ ਨਾ ਆਵਤ ਜਾਵਤ। ਆਉਣ ਜਾਣ ਦੀ ਕੋਈ ਸਮਝ ਨਹੀਂ ਹੁੰਦੀ। ਉਸ ਜੋਗੀ ਪੁਰਖ ਦੇ ਕੋਲ ਬੈਠੇ ਹੋਰਨਾਂ ਪੁਰਖਾਂ ਨੂੰ ਸਮਝ ਨਹੀਂ ਪੈਂਦੀ ਕਿ ਇਸ ਜੋਗੀ ਪੁਰਖ ਨੂੰ ਸਵਾਸ ਆਉਂਦੇ ਨੇ ਕਿ ਜਾਂਦੇ ਨੇ। ਇਸੇ ਪ੍ਰਕਾਰ ਮਹਾਰਾਜ ਫਰਮਾਉਂਦੇ ਨੇ, ਜੈਸੇ ਪਵਨ ਬੰਦ ਕਰ ਰੱਖਿਓ। ਪੌਣ ਭਾਵ ਵਾਸ਼ਨਾ ਨੂੰ ਬੰਨ੍ਹ ਕੇ ਬ੍ਰਹਮ ਸਰੂਪ ਦੇ ਵਿੱਚ ਜਿਸ ਪੁਰਖ ਨੇ ਰੱਖ ਲਿਆ, ਭਾਵ ਸੁਤ ਬਿਤ ਲੋਕ ਈਖਣਾ ਅਦਿਕ ਸਭ ਵਾਸ਼ਨਾਵਾਂ ਦਿਸਦੀਆਂ ਮਿਟ ਗਈਆਂ ਹਨ। ਬੂਝ ਨਾ ਆਵਤ ਜਾਵਤ। ਉਸ ਨੂੰ ਇਹ ਸਮਝ ਨਹੀਂ ਹੈ ਕਿ ਕੌਣ ਜੰਮ ਕੇ ਆਉਂਦਾ, ਕੌਣ ਮਰ ਕੇ ਜਾਂਦਾ ਹੈ। ਉਹ ਐਸੇ ਆਨੰਦ ਵਿੱਚ ਰਹਿੰਦਾ ਹੈ। ਇਸੇ ਪ੍ਰਕਾਰ ਜੈਸੇ ਪਵਨ ਬੰਦ ਕਰ ਰੱਖਿਓ। ਜਿਸ ਨੇ ਆਪਣੇ ਪੌਣ ਬਾਤ ਚੰਚਲ ਮਨ ਨੂੰ ਬ੍ਰਹਮ ਸਰੂਪ 'ਚ ਰੱਖ ਲਿਆ ਬੰਨ ਕਰਕੇ, ਉਹਦੇ ਕੋਲ ਬੂਝ ਨਾ ਆਵਤ ਜਾਵਤ। ਆਉਣ ਵਾਲੇ ਨੂੰ ਸਮਝ ਨਹੀਂ ਆਉਂਦੀ ਕਿ ਆਉਂਦਾ ਜਾਂਦਾ ਜੰਮਦਾ ਮਰਦਾ ਹੈ ਕਿ ਨਹੀਂ, ਇਹ ਪਤਾ ਨਹੀਂ ਲੱਗਦਾ, ਕਿਉਂਕਿ ਉਸ ਨੂੰ ਆਤਮ ਆਨੰਦ ਰੂਪ ਆਸ਼ਚਰਜ ਵਸਤੂ ਜੋ ਪ੍ਰਾਪਤ ਹੋਈ ਹੈ।
ਜਾ ਕਉ ਹਿਰਦੈ ਪਰਗਾਸ ਭਇਓ ਹਾਰ। ਜਿਸ ਦੇ ਹਿਰਦੇ ਵਿੱਚ ਹਰੀ ਪਰਮੇਸ਼ਰ ਦੇ ਗਿਆਨ ਦਾ ਚਾਨਣ ਹੋਇਆ ਹੈ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਵਾਕੀ ਕਹੀ ਨ ਜਾਏ ਕਹਾਵਤ। ਉਸ ਪੁਰਖ ਦੀ ਜੋ ਸਵੈ ਅਨੁਭਵ ਪ੍ਰਮਾਣ ਅਵਸਥਾ ਹੈ, ਉਹ ਕਿਸੇ ਕਹਾਣੀ ਜਾਂ ਪਹੇਲੀ ਜਾਂ ਉਗਾਹੀ ਸਾਖੀ ਉਦਾਹਰਨ ਕਰਕੇ ਕਥਨ ਨਹੀਂ ਕੀਤੀ ਜਾ ਸਕਦੀ। ਆਨੇ ਉਪਾਵ ਜੇਤੇ ਕਿਛ ਕਹੀਆ ਹੈ। ਹੋਰ ਯਤਨ ਜਿਤਨੇ ਕੁਝ ਵੀ ਦੁਨੀਆ ਦੇ ਰਾਗ ਵਿਧੀ ਆਦਿਕ ਕਹੀਦੇ ਹਨ, ਤੇਤੇ ਸਿੱਖੇ ਪਾਵਤ। ਉਹ ਉਤਨੇ ਹੀ ਸਿੱਖਣ ਵਾਲੇ ਪੁਰਖ ਪਾ ਲੈਂਦੇ ਨੇ, ਪਰੰਤੂ ਰਾਗ ਵਿਦਿਆ ਜਾਂ ਜੀਵ-ਈਸ਼ ਦੀ ਏਕਤਾ ਦੀਆਂ ਗੱਲਾਂ ਕਰਨ ਵਾਲੇ ਵਿਦਾਂਤੀ ਲੋਕ ਆਦਿਕ ਸੱਚ ਸਰੂਪ ਬਾਰੇ ਕਥਨ ਨਹੀਂ ਕਰ ਸਕਦੇ। ਹਚਿੰਤ ਲਾਲ ਗ੍ਰਹਿ ਭੀਤਰ ਪ੍ਰਗਟਿਓ। ਜਿਸ ਗੁਰਮੁਖ ਅਧਿਕਾਰੀ ਦੇ ਅੰਤःਕਰਨ ਉਪਕਾਰ ਦੇ ਵਿੱਚ ਗੁਰ ਉਪਦੇਸ਼ ਦੁਆਰਾ ਸਭ ਚਿੰਤਾ ਤੋਂ ਰਹਿਤ ਕਰਨ ਵਾਲਾ ਪਿਆਰਾ ਪਰਮੇਸ਼ਰ ਪ੍ਰਗਟ ਹੋ ਗਿਆ ਹੈ। ਅਗਮ ਜੈਸੇ ਪਰਖਾਵਤ। ਜਿਸ ਪ੍ਰਕਾਰ ਕੋਈ ਅਗੰਮੀ ਚੀਜ਼ ਨੂੰ ਪਰਖਣਾ ਚਾਹੇ, ਉਹ ਪਰਖੀ ਨਹੀਂ ਜਾਂਦੀ, ਇਉਂ ਉਹ ਪੁਰਖ ਪਰਮੇਸ਼ਰ ਪਰਖਣ ਤੋਂ ਰਹਿਤ ਹੈ। ਨਿਰਗੁਣ ਨਿਰੰਕਾਰ ਅਬਨਾਸੀ। ਉਹ ਪਰਮੇਸ਼ਰ ਤਿੰਨੇ ਗੁਣਾਂ ਤੋਂ ਰਹਿਤ ਹੈ, ਮਾਇਕੀ ਆਕਾਰਾਂ ਤੋਂ ਰਹਿਤ ਹੈ, ਨਾਸ਼ ਤੋਂ ਰਹਿਤ ਹੈ। ਅਤੁਲੋ ਤੁਲਿਓ ਨਾ ਜਾਵਤ। ਜੋ ਤੋਲਣ ਤੋਂ ਰਹਿਤ ਪਰਮੇਸ਼ਰ ਬੁੱਧੀ ਰੂਪ ਤਕੜੀ ਵਿੱਚ ਸ਼ਾਸਤਰ ਪ੍ਰਮਾਣ ਰੂਪ ਵੱਟੇ ਪਾ ਕੇ ਤੋਲਿਆ ਨਹੀਂ ਜਾਂਦਾ। ਕਹੁ ਨਾਨਕ ਅਜਰ ਜਿਨ ਜਰਿਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜਿਸ ਨੇ ਨਾ ਜਰੇ ਜਾਣ ਵਾਲੇ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਜਰ ਲਿਆ, ਜਾਂ ਨਾ ਜਰੀ ਜਾਣ ਵਾਲੀ ਆਤਮਕ ਆਨੰਦ ਰੂਪ ਵਸਤੂ ਨੂੰ ਜਾਂ ਅਜਰ ਅਵਸਥਾ ਨੂੰ ਜਰ ਲਿਆ ਹੈ। ਤਿਸ ਹੀ ਕਉ ਬਨ ਆਵਤ। ਇਹ ਆਨੰਦ ਤਿਸੇ ਨੂੰ ਹੀ ਬਣ ਆਉਂਦਾ ਹੈ। ਆਪਣੇ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਮਨਮੁਖ ਪੁਰਖ ਦੀ ਜ਼ਿੰਦਗੀ ਬਾਬਤ ਕਥਨ ਕਰਦੇ ਨੇ। ਆ ਜਿਹੜਾ ਅਗਲਾ ਸ਼ਬਦ ਆ ਰਿਹਾ ਹੈ, ਸਾਰਗ ਮਹੱਲਾ ਪੰਜਵਾ। ਸਾਰੰਗ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਜੋ ਵਸ਼ਈ ਮਨਮੁਖ ਪੁਰਖ ਨੇ, ਉਹਨਾਂ ਬਾਬਤ ਦੱਸਦੇ ਨੇ। ਬਖਾਈ ਦਿਨ ਰਹਿਣ ਵਹੀ ਗੁਦਾਰਾ। ਜਿਹੜਾ ਵਸ਼ਈ ਵਿਕਾਰੀ ਪੁਰਖ ਹੈ, ਦਿਨ ਅਤੇ ਰਾਤ ਵਿਸ਼ਿਆਂ ਵਿੱਚ ਲੱਗਿਆ ਹੋਇਆ, ਐਵੇਂ ਹੀ ਆਪਣੀ ਅਵਸਥਾ ਨਿਸਫਲ ਗੁਜ਼ਾਰਦਾ ਹੈ। ਗੋਬਿੰਦ ਨਾ ਭਜੈ ਅਹੰ ਬੁੱਧ ਮਾਤਾ। ਵਿਕਾਰੀ ਪੁਰਖ ਪਰਮੇਸ਼ਰ ਦਾ ਭਜਨ ਨਹੀਂ ਕਰਦਾ, ਹੰਕਾਰ ਵਾਲੀ ਬੁੱਧੀ ਵਿੱਚੋਂ ਮਸਤ ਹੋਇਆ ਆਪਣੇ ਮਨੁੱਖਾ ਜਨਮ ਨੂੰ ਇੰਜ ਗਵਾ ਰਿਹਾ ਹੈ। ਜਨਮ ਜੂਐ ਜਿਉ ਹਾਰੈ। ਮਨੁੱਖਾ ਜਨਮ ਨੂੰ ਵਿਸ਼ਿਆਂ ਦੇ ਜੂਏ ਵਿੱਚ ਹਾਰ ਜਾਂਦਾ, ਜਿਵੇਂ ਜੁਆਰੀ ਪੁਰਖ ਜੂਏ ਵਿੱਚ ਸਭ ਕੁਝ ਹਾਰ ਜਾਂਦਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਨਾਮ ਅਮੋਲਾ ਪ੍ਰੀਤ ਨਾ ਤਿਸ ਸਿਓ। ਜੋ ਪਰਮੇਸ਼ਰ ਦਾ ਅਮੋਲਕ ਨਾਮ ਹੈ, ਤਿਸ ਦੇ ਨਾਲ ਪ੍ਰੀਤੀ ਨਹੀਂ ਕਰਦਾ। ਪਰ ਨਿੰਦਾ ਹਿਤਕਾਰ। ਸਗੋਂ ਪਰਾਏ ਪੁਰਖਾਂ ਦੀ ਅਪਕੀਰਤੀ ਕਰਨ ਵਿੱਚ ਬੜਾ ਪ੍ਰੇਮ ਕਰਦਾ ਹੈ। ਛਾਪਰ ਬਾਂਧ ਸਵਾਰੈ ਤ੍ਰਿਣ ਕੋ। ਜਿਵੇਂ ਕੋਈ ਕੱਖਾਂ ਨੂੰ ਸਮਾਰ ਕੇ ਛੱਪਰ ਬੰਨ੍ਹ ਲਵੇ, ਜਾਂ ਕੱਖਾਂ ਦਾ ਛੱਪਰ ਬੰਨ੍ਹ ਕੇ ਸਵਾਰ ਲੈਣਾ ਕਰੇ। ਦੁਆਰੈ ਪਾਵਕ ਝਾਰੈ। ਅਤੇ ਫਿਰ ਉਸ ਦੇ ਦੁਆਲੇ ਜਾਂ ਉਸ ਦੇ ਦੁਆਰੇ ਬੂਹੇ ਉੱਤੇ ਅੱਗ ਬਾਲ ਲਵੇ
ਤਾਂ ਉਹ ਆਪਣੇ ਆਪ ਹੀ ਆਪਣੇ ਛੱਪਰ ਨੂੰ ਸਾੜ ਲਵੇਗਾ। ਇਸੇ ਪ੍ਰਕਾਰ ਛਾਪਰ ਬਾਂਧ ਸੁਵਾਰੈ ਤ੍ਰਿਣ ਕੋ। ਵਸ਼ਾਈ ਪੁਰਖ ਨੇ ਸਕਾਮ ਕਰਮਾਂ ਰੂਪ ਕੱਖਾਂ ਦਾ ਇਹ ਸਰੀਰ ਰੂਪ ਛੱਪਰ ਬੰਨ੍ਹ ਕੇ ਬਣਾ ਕੇ ਸੰਵਾਰਿਆ ਹੈ, ਜਾਂ ਹੱਡ ਚੰਮ ਰੂਪ ਕੱਖਾਂ ਦਾ ਹੀ ਸਰੀਰ ਰੂਪ ਛੱਪਰ ਬੰਨ੍ਹ ਕੇ ਬਣਾ ਕੇ ਉੱਪਰੋਂ ਸੰਵਾਰਿਆ ਹੈ। ਦੁਆਰੈ ਪਾਵਕ ਜਾਰੈ। ਪਰ ਇਸ ਨੇ ਆਪਣੇ ਦੁਆਰੇ ਦੇ ਅੱਗੇ ਆਪ ਹੀ ਪਰਾਈ ਨਿੰਦਿਆ ਰੂਪ ਅੱਗ ਬਾਲ ਲਈ ਹੈ। ਭਾਵ ਨਿੰਦਿਆ ਰੂਪ ਅਗਨੀ 'ਚ ਆਪਣੇ ਆਪ ਨੂੰ ਜਾਂ ਗੁਣਾਂ ਨੂੰ ਦਗਧ ਕਰੀ ਜਾਂਦਾ, ਨਾਸ਼ ਕਰੀ ਜਾਂਦਾ ਹੈ, ਸਾੜੀ ਜਾਂਦਾ। ਜੇ ਵਡਿਆਈਆਂ ਆਪੇ ਖਾਏ, ਆਪਦੇ ਮੂੰਹ ਤੋਂ ਆਪਣੀ ਉਸਤਤੀ ਕਰਨੀ, ਅਤੇ ਇਉਂ ਮੀਆਂ ਮਿੱਠੂ ਕਹਿੰਦੇ ਨੇ ਉਹਨੂੰ, ਆਪਣੇ ਗੁਣ ਆਪ ਹੀ ਗਾਈ ਜਾਣੇ ਵੀ ਮੈਂ ਆਹ ਕੀਤਾ, ਮੈਂ ਉਹ ਕੀਤਾ, ਮੈਂ ਇੰਨਾ ਚੰਗਾ, ਮੈਂ ਇਸ ਤਰ੍ਹਾਂ, ਮੈਂ ਉਸ ਤਰ੍ਹਾਂ। ਜਿਹੜੀਆਂ ਆਪ ਦੀਆਂ ਵਡਿਆਈਆਂ ਨੂੰ ਆਪ ਹੀ ਖਾਈ ਜਾਂਦਾ, ਆਪਦੇ ਮੂੰਹ ਤੋਂ ਬੋਲੀ ਜਾਂਦਾ ਅਤੇ ਧਾਰਨ ਕਰੀ ਜਾਂਦਾ ਹੈ। ਜੇ ਹੀ ਸੁਰਤ 'ਤੇ ਹੈ ਰਾਹੇ ਜਾਏ, ਜਿਸ ਤਰ੍ਹਾਂ ਦੀ ਸੁਰਤ ਉਹਨੂੰ ਆਈ ਹੈ ਉਸੇ ਹੀ ਰਸਤੇ ਮੁੜ ਕੇ ਤੁਰ ਜਾਂਦੀ ਹੈ, ਗੁਣ ਘਟ ਜਾਂਦੇ ਹਨ। ਇਸ ਲਈ ਸਿਆਣੇ ਬੰਦੇ ਆਪਣੇ ਆਪ ਨੂੰ ਬਹੁ ਵਚਨ ਦੇ ਨਾਲ ਨਹੀਂ ਬਣਾਉਂਦੇ। ਅਸੀਂ ਉੱਥੇ ਗਏ, ਅਸੀਂ ਆਹ ਕੀਤਾ, ਅਸੀਂ ਉਹ ਕੀਤਾ। ਦੂਜੇ ਨੂੰ ਕਹਿਣਾ ਤੂੰ ਕੀ ਕਰਦਾ, ਦੂਸਰੇ ਨੂੰ ਤੂੰ, ਅਤੇ ਆਪਣੇ ਆਪ ਨੂੰ ਅਸੀਂ। ਆਪ ਦਾ ਆਪਣੇ ਆਪ ਹੀ ਸਤਿਕਾਰ ਕਰੀ ਜਾਂਦੇ ਨੇ। ਸੋ ਸਿਆਣੇ ਪੁਰਖ ਇੰਝ ਨਹੀਂ ਕਰਦੇ। ਜੇ ਗੁਣ ਧਾਰਨ ਕਰਨੇ ਨੇ ਜਾਂ ਬਣਾਈ ਰੱਖਣੇ ਨੇ ਤਾਂ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਮੁਤਾਬਕ ਉਹ ਨਿਮਰਤਾ ਦੇ ਵਿੱਚ ਬਚਨ ਕਰਦੇ ਨੇ। ਭਾਵੇਂ ਸਾਰੇ ਗੁਣ ਹੋਣ ਫਿਰ ਵੀ ਅਰਦਾਸ ਕਰਦੇ ਨੇ, ਹਉ ਅਪਰਾਧੀ ਗੁਣਹਗਾਰ, ਹਉ ਬੇਮੁਖ ਮੰਦਾ, ਚੋਰ ਜਾਰ ਜੁਆਰ ਹੋ, ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮਖੋਰ, ਠੱਗ ਦੇਸ ਲਖੰਦਾ। ਇਸ ਤਰ੍ਹਾਂ ਇਹ ਅਰਦਾਸ ਕਰਦੇ, ਬੇਨਤੀ ਕਰਦੇ ਹਨ। ਇਸੇ ਪ੍ਰਕਾਰ ਛਾਪਰ ਬਾਂਧ ਸੁਵਾਰੈ ਤ੍ਰਿਣ ਕੋ। ਸਾਧਨਾ ਰੂਪ ਕੱਖਾਂ ਦਾ ਸਕਾਮ ਕਰਮਾਂ ਰੂਪ ਛੱਪਰ ਬੰਨ੍ਹ ਕੇ ਸੰਵਾਰਿਆ ਹੋਇਆ ਹੈ, ਅਤੇ ਰਸਾਂ ਕਸਾਂ ਦੀ ਤ੍ਰਿਸ਼ਨਾ ਰੂਪ ਦੁਆਰੈ ਪਾਵਕ ਜਾਰੈ। ਇਹ ਤ੍ਰਿਸ਼ਨਾ ਰੂਪ ਅੱਗ ਨੂੰ ਇਹਦੇ ਦੁਆਰੇ ਅੱਗੇ ਬਾਲ ਰਿਹਾ ਹੈ, ਜਾਂ ਹੱਡ ਚਾਮ ਰੂਪ ਕੱਖਾਂ ਦਾ ਸਰੀਰ ਰੂਪ ਛੱਪਰ ਬੰਨ੍ਹ ਕੇ ਸੰਵਾਰਿਆ ਹੋਇਆ ਹੈ। ਪਰ ਇਹਦੇ ਬੂਹੇ ਅੱਗੇ ਕਾਲ ਰੂਪ ਅੱਗ ਬਲ ਰਹੀ ਹੈ। ਕਲਰ ਪੋਟ ਉਠਾਵੈ ਮੁੰਡ ਹੈ। ਵਿਕਾਰੀ ਪੁਰਸ਼ ਵਿਸ਼ਿਆਂ ਰੂਪ ਜਾਂ ਸਕਾਮ ਕਰਮਾਂ ਰੂਪ ਜਾਂ ਭੂਤਾਂ ਪ੍ਰੇਤਾਂ ਦੀ ਉਪਾਸਨਾ ਰੂਪ ਕਲਰ ਦੀ ਪੰਡ ਨੂੰ ਆਪਣੇ ਅੰਤਹਿਕਰਨ ਰੂਪ ਸਿਰ ਉੱਤੇ ਉਠਾ ਰਿਹਾ, ਭਾਵ ਚੁੱਕੀ ਫਿਰਦਾ ਹੈ। ਅੰਮ੍ਰਿਤ ਮਨ ਤੇ ਡਾਰੈ। ਅਤੇ ਅਮਰ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਮਨ ਚਿੱਤ ਤੋਂ ਬਾਹਰ ਸੁੱਟ ਰਿਹਾ, ਭਾਵ ਮਨ ਵਿੱਚੋਂ ਤਿਆਗੀ ਬੈਠਾ ਹੈ। ਓਡੈ ਬਸਤਰ ਕਾਜਰ ਮਹਿ ਪਰਿਆ। ਜਿਸ ਪ੍ਰਕਾਰ ਕੋਈ ਪੁਰਖ ਕੱਜਰ ਕਾਲਖ ਵਾਲੀ ਕੋਠੜੀ ਦੇ ਵਿੱਚ ਪੈ ਕੇ ਪ੍ਰਵੇਸ਼ ਹੋ ਕੇ ਚਿੱਟੇ ਕੱਪੜੇ ਪਹਿਨ ਨਾ ਕਰੇ, ਬਹੁਰ ਬਹੁਰ ਫਿਰ ਝਾਰੈ। ਅਤੇ ਫਿਰ ਉਹ ਕੱਪੜਿਆਂ ਦੇ ਪਈ ਹੋਈ ਕਾਲਖ ਨੂੰ ਮੁੜ ਮੁੜ ਝਾੜਦਾ ਰਹਿੰਦਾ ਹੈ। ਇਸੇ ਪ੍ਰਕਾਰ ਓਡੈ ਬਸਤਰ ਕਾਜਰ ਮਹਿ ਪਰਿਆ। ਵਸ਼ਾਈ ਪੁਰਖ ਵਿਸ਼ਿਆਂ ਦੀ ਕੋਠੜੀ ਸੰਸਾਰ ਵਿੱਚ ਪੈ ਕੇ ਪ੍ਰਵੇਸ਼ ਹੋ ਕੇ ਸਕਾਮ ਕਰਮਾਂ ਰੂਪ ਚਿੱਟੇ ਬਸਤਰ ਪਹਿਨਣਾ ਕਰਦਾ ਹੈ। ਬਹੁਰ ਬਹੁਰ ਫਿਰ ਝਾਰੈ। ਅਤੇ ਫਿਰ ਮੁੜ ਮੁੜ ਕੇ ਵਿਸ਼ਿਆਂ ਰੂਪੀ ਕਾਲਖ ਨੂੰ ਝਾੜਦਾ ਰਹਿੰਦਾ ਹੈ, ਭਾਵ ਹੰਕਾਰ ਕਰਦਾ ਰਹਿੰਦਾ ਹੈ, ਜਿਸ ਕਰਕੇ ਹੋਰ ਵਿਸ਼ਿਆਂ ਰੂਪ ਕਾਲਖ ਲੱਗਦੀ ਜਾਂਦੀ ਹੈ। ਕਾਟੈ ਪੇੜ ਡਾਲ ਪਰ ਠੰਡੋ। ਜਿਵੇਂ ਕੋਈ ਪੁਰਖ ਟਾਹਣੀ 'ਤੇ ਖੜੋਤਾ ਹੋਇਆ ਫਲਦਾਰ ਬ੍ਰਿਕਸ਼ ਨਾਲੋਂ
ਉਸ ਟਾਹਣੀ ਨੂੰ ਕੱਟ ਰਿਹਾ ਸੀ। ਖਾਏ ਖਾਏ ਮੁਸਕਾਰੈ, ਪਰ ਉਸ ਦੇ ਫਲ ਖਾ ਖਾ ਕੇ ਹੱਸ ਰਿਹਾ ਸੀ। ਇਸ ਤੁਕ ਦਾ ਦ੍ਰਿਸ਼ਟਾਂਤ ਸਤਿਗੁਰੂ ਜੀ ਨੇ ਲੌਕਿਕ ਪ੍ਰਮਾਣਾਂ ਦੇ ਵਿੱਚੋਂ ਲਿਆ ਹੈ, ਜੋ ਸਾਡੇ ਦੇਸ਼ ਵਿੱਚ ਕੁਝ ਮੂਰਖਾਂ ਦੀਆਂ ਕਹਾਣੀਆਂ ਵਿੱਚੋਂ ਇੱਕ ਪ੍ਰਚਲਿਤ ਕਹਾਣੀ ਹੈ ਕਿ ਕੋਈ ਇੱਕ ਬਹੁਤ ਮੂਰਖ ਮਨੁੱਖ ਸੀ, ਜਿਸ ਦਾ ਨਾਮ ਕਾਲੀਦਾਸ ਕਰਕੇ ਆਉਂਦਾ। ਕਾਲੀਦਾਸ। ਇੱਕ ਦਿਨ ਕਾਲੀਦਾਸ ਦੇ ਪਰਿਵਾਰ ਵਾਲਿਆਂ ਨੇ ਸੋਚਿਆ ਕਿ ਇਹ ਮੂਰਖ ਕੋਈ ਹੋਰ ਤਾਂ ਕੰਮ ਕਰ ਨਹੀਂ ਸਕਦਾ, ਇਸ ਕੋਲੋਂ ਲੱਕੜਾਂ ਕਟਵਾਉਣ ਦਾ ਹੀ ਕੰਮ ਕਰਵਾਉਂਦੇ ਆ। ਇਹ ਕੁਹਾੜੀ ਅਤੇ ਆਰੀ ਲੈ ਕੇ ਲੱਕੜਾਂ ਕੱਟਣ ਲਈ ਬ੍ਰਿਕਸ਼ ਦੇ ਉੱਪਰ ਜਾ ਚੜ੍ਹਿਆ। ਜਿਸ ਟਾਹਣੀ ਨੂੰ ਕੱਟਣ ਲੱਗਾ ਉਹਦੇ ਉੱਪਰ ਹੀ ਬੈਠ ਗਿਆ। ਹੇਠਾਂ ਤੋਂ ਲੰਘਦੇ ਹੋਏ ਇੱਕ ਰਾਹੀ ਨੇ ਰੁਕ ਕੇ ਇਹਨੂੰ ਇਸ ਦੀ ਮੂਰਖਤਾ ਦਾ ਗਿਆਨ ਕਰਵਾਇਆ ਕਿ ਇੰਝ ਕਰਨ ਨਾਲ ਤੂੰ ਹੇਠਾਂ ਡਿੱਗ ਜਾਵੇਂਗਾ ਅਤੇ ਸੱਟਾਂ ਖਾਵੇਂਗਾ। ਪਰ ਇਸ ਨੇ ਮੂਰਖਪੁਣੇ ਵਿੱਚ ਉਸ ਦੀ ਗੱਲ ਸੁਣ ਕੇ ਅਣਸੁਣੀ ਕਰ ਦਿੱਤੀ ਵੀ ਜਾ ਜਾ ਤੂੰ ਆਪਣਾ ਕੰਮ ਕਰ। ਪਰ ਅਕਲ ਉਦੋਂ ਆਈ ਜਦੋਂ ਇਹ ਟਾਹਣਾ ਟੁੱਟਣ ਨਾਲ ਟਾਹਣੀ ਸਮੇਤ ਹੇਠਾਂ ਡਿੱਗ ਪਿਆ। ਇਸ ਲਈ ਸੋ ਇਹ ਮਹਾਰਾਜ ਦ੍ਰਿਸ਼ਟਾਂਤ ਦਿੰਦੇ ਹਨ। ਗਿਰਿਓ ਜਾਏ ਰਸਾਤਲ ਭਰਿਓ, ਜਦੋਂ ਪੁਰਖ ਬ੍ਰਿਕਸ਼ ਦੇ ਟਾਹਣਾ ਕੱਟਣ ਤੋਂ ਬਾਅਦ ਟਾਹਣੀ ਦੇ ਸਮੇਤ ਜਾ ਕੇ ਰਸਾਤਲ ਪਤਾਲ ਦੇ ਵਿੱਚ, ਭਾਵ ਡੂੰਘੇ ਟੋਏ ਦੇ ਵਿੱਚ ਡਿੱਗ ਪੈਂਦਾ ਹੈ ਅਤੇ ਛਿੱਟੀ ਛਿੱਟੀ ਸਿਰ ਭਾਰੈ, ਸਿਰ ਭਾਰ ਗਿਰਨੇ ਕਰਕੇ ਛਿੜੀ ਛਿੜੀ ਹੱਡੀ ਹੱਡੀ ਹੋ ਜਾਂਦਾ, ਰਤੀ ਰਤੀ ਹੋ ਜਾਂਦਾ ਹੈ। ਇਸੇ ਪ੍ਰਕਾਰ ਕਾਟੈ ਪੇਡਾ ਡਾਲ ਪਰ ਠੰਡੋ, ਵਿਕਾਰੀ ਜੀਵ ਮਨੁੱਖਾ ਸਰੀਰ ਰੂਪ ਟਾਹਣੀ ਦੇ ਖੜੋਤਾ ਹੋਇਆ ਸਵਾਸਾਂ ਰੂਪ ਜਾਂ ਪੁੰਨਾ ਰੂਪ ਬ੍ਰਿਕਸ਼ ਦੇ ਟਾਹਣੀ ਨੂੰ ਕੱਟ ਰਹੀ ਹੈ ਅਤੇ ਵਿਸ਼ੇ ਰਸ ਰੂਪ ਫਲਾਂ ਨੂੰ ਖਾ ਖਾ ਕੇ ਖਾਏ ਖਾਏ ਮੁਸਕਾਰੈ, ਵਿਸ਼ੇ ਰਸ ਰੂਪ ਫਲਾਂ ਨੂੰ ਖਾ ਖਾ ਕੇ ਮੁਸਕਰਾ ਰਿਹਾ ਹੈ। ਜਾਂ ਇਸੇ ਪ੍ਰਕਾਰ ਕਾਟੈ ਪੇੜ ਡਾਲ ਪਰ ਠੰਡੋ, ਪੇੜ ਭਾਵ ਮੁੱਢ ਰੂਪ ਪਰਮੇਸ਼ਰ ਦੇ ਨਾਲੋਂ ਚਿੱਤ ਦੀ ਬਿਰਤੀ ਨੂੰ ਤੋੜਨ ਰੂਪ ਟਾਹਣੀ ਦੇ ਤਾਈਂ ਕੱਟ ਰਿਹਾ ਹੈ। ਇਸੇ ਪ੍ਰਕਾਰ ਕਾਟੈ ਪੇੜ ਡਾਲ ਪਰ ਠੰਡੋ, ਮੁੱਢ ਰੂਪ ਪਰਮੇਸ਼ਰ ਨਾਲੋਂ ਚਿੱਤ ਦੀ ਬਿਰਤੀ ਜਾਂ ਪ੍ਰੀਤੀ ਕੱਟ ਕੇ ਤੋੜ ਕੇ ਖੁਸ਼ ਹੁੰਦਾ ਹੈ। ਟਾਹਣੇ ਦੀ ਵੱਤ ਦੇਵੀ ਦੇਵਤਿਆਂ ਦੀ ਉਪਾਸਨਾ ਕਰਨ ਵਿੱਚ ਖੜਾ ਅਸਥਿਤ ਹੋਇਆ। ਦੇਵੀ ਦੇਵਤਿਆਂ ਦੇ ਪਾਸੋਂ ਵਰ ਲੈ ਲੈ ਕੇ ਭੋਗਾਂ ਨੂੰ ਭੋਗ ਭੋਗ ਕੇ ਖੁਸ਼ ਹੁੰਦਾ ਹੈ। ਗਿਰਿਓ ਜਾਏ ਰਸਾਤਲ ਭਰਿਓ, ਜਦ ਜੀਵ ਮਨੁੱਖਾ ਸਰੀਰ ਉਪਟਾਣੇ ਦੇ ਟੁੱਟਣ ਨਾਸ਼ ਹੋ ਜਾਣ ਤੋਂ ਬਾਅਦ ਨਰਕ ਜੂਨਾ ਰੂਪ ਟੋਏ ਵਿੱਚ ਜਾ ਡਿੱਗ ਪੈਂਦਾ ਹੈ। ਛਿੱਟੀ ਛਿੱਟੀ ਸਿਰ ਭਾਰੈ, ਤਦ ਰਤੀ ਰਤੀ ਜਿੰਨੇ ਸਮੇਂ ਵਿੱਚ ਕੀਤੇ ਹੋਏ ਮੰਦ ਕਰਮਾਂ ਦਾ ਸਿਰ ਉੱਪਰ ਪਾਪਾਂ ਰੂਪੀ ਭਾਰ ਆ ਪੈਂਦਾ ਹੈ ਜਾਂ ਮਾਤਾ ਦੇ ਗਰਭ 'ਚ ਸਿਰ ਭਾਰ ਹੋ ਕੇ ਡਿੱਗ ਪੈਂਦਾ ਹੈ ਅਤੇ ਰਤੀ ਰਤੀ ਭਾਵ ਹਰੇਕ ਜੂਨਾਂ 'ਚ ਭਟਕਦਾ ਫਿਰਦਾ ਰਹਿੰਦਾ ਹੈ। ਇਸੇ ਪ੍ਰਕਾਰ ਛਿੱਟੀ ਛਿੱਟੀ ਸਿਰ ਭਾਰੈ, ਜਿਵੇਂ ਜਦ ਦੁੱਧ ਦੀ ਚਾਟੀ ਭੰਨ ਦਈਏ ਤਾਂ ਉਹਦੇ ਵਿੱਚੋਂ ਦੁੱਧ ਦੇ ਛਿੱਟੇ ਛਿਟੀ ਛਿਟੀ ਰਤੀ ਰਤੀ ਜਿਤਨੇ ਹੋ ਕੇ ਖਿੰਡ ਜਾਂਦੇ ਹਨ। ਇਸੇ ਪ੍ਰਕਾਰ ਛਿੱਟੀ ਛਿੱਟੀ ਸਿਰ ਭਾਰੈ, ਦੇਹ ਰੂਪ ਚਾਟੀ ਦੇ ਭੰਨਣ ਤੋਂ ਟੁੱਟਣ ਤੋਂ ਬਾਅਦ ਜੀਵ ਦੇ ਸਿਰ ਉੱਪਰ ਨਰਕਾਂ ਜਾਂ ਜੂਨਾਂ ਦਾ ਭਾਰ ਆ ਕੇ ਪੈ ਜਾਵੇਗਾ। ਨਿਰਵੈਰ ਸੰਗ ਵੈਰ ਰਚਾਏ, ਜਿਹੜੇ ਵਿਕਾਰੀ ਪੁਰਖ ਹੁੰਦੇ ਨੇ ਉਹ ਗਾਲਾਂ ਕੱਢਣ ਵਾਲਿਆਂ ਨੂੰ ਬੜਾ ਪਸੰਦ ਕਰਦੇ ਨੇ। 2 ਆਪ ਕੱਢੀਆਂ 4 ਕਿਸੇ ਕੋ ਖਾਧੀਆਂ। ਜਾਂ ਕਈਆਂ ਮੇਰੇ ਵਰਗਿਆਂ ਦਾ ਸੁਭਾਅ ਹੀ ਹੁੰਦਾ, ਉਹਨਾਂ 'ਚ ਰੋਟੀ ਨਹੀਂ ਪਚਦੀ ਜਿੰਨਾ ਚਿਰ 2 ਕਸੁੰਨ ਕਿਸੇ ਨੂੰ ਮਾਰ ਨਾ ਲੈਣ ਅਤੇ 4 ਡੰਡੇ ਖਾ ਨਾ ਲੈਣ। ਮਤਲਬ ਲੜ ਝਗੜ ਕੇ ਗਾਲੀ ਗਲੋਚ ਕਰਕੇ
ਅਤੇ ਇੱਕ ਦੂਜੇ ਨੂੰ ਉੱਪਰ ਥੱਲੇ ਹੋ ਕੇ ਹੀ ਉਹਨਾਂ ਦੀ ਰੋਟੀ ਪਚਦੀ ਹੈ। ਭਲਮਾਨਸੀ ਦੇ ਨਾਲ ਤਾਂ ਉਹਨਾਂ ਦਾ ਗੁਜ਼ਾਰਾ ਹੀ ਨਹੀਂ, ਚੰਗੇ ਭਲੇ ਪੁਰਖਾਂ ਦੇ ਕੋਲ ਤਾਂ ਉਹਨਾਂ ਦਾ ਦਿਲ ਹੀ ਨਹੀਂ ਲੱਗਦਾ। ਉਹਨਾਂ ਦਾ ਸੁਭਾਅ ਕੈਸਾ ਹੈ, ਜਿਹੜੇ ਤਾਂ ਸੰਤ ਹੁੰਦੇ ਨੇ ਗੁਰੂ ਦੇ ਸਿੱਖ, ਰੱਬ ਦੇ ਪਿਆਰ ਵਾਲੇ, ਤੁਸੀਂ ਵੇਖੋ ਭਈ ਜੋ ਸੰਤ ਹਨ ਮਹਾਰਾਜ ਜੇ ਰੱਬ ਦੇ ਪਿਆਰ ਵਾਲੇ ਨੇ, ਚਲੋ ਇਹਨਾਂ ਦੀ ਗੱਲ ਵੀ ਛੱਡ ਦਿਓ, ਆਪਾਂ ਤਾਂ ਭਲਾ ਬੋਲਦੇ ਹਾਂ, ਸਾਥੋਂ ਕੋਈ ਤੰਗ ਹੋਊਗਾ ਕਿਉਂਕਿ ਅਸੀਂ ਕਿਸੇ ਦੀ ਨਿੰਦਿਆ ਕੀਤੀ ਹੋਊਗੀ, ਜਾਂ ਕਿਸੇ ਹੋਰ ਕਾਰਨ ਕਰਕੇ ਸਾਡੇ ਨਾਲ ਈਰਖਾ ਹੋ ਸਕਦੀ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਵੇਖੋ ਕਿੰਨੇ ਸ਼ਾਂਤ ਸਰੂਪ ਨੇ। ਮਹਾਰਾਜ ਤਾਂ ਬੋਲਦੇ ਵੀ ਨਹੀਂ, ਕਿਸੇ ਦਾ ਬੁਰਾ ਤਾਂ ਕੀ ਕਰਨਾ, ਇੱਥੇ ਤਾਂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਦੁਸ਼ਮਣ ਦੇ ਵੀ ਭਲੇ ਦੀ ਅਰਦਾਸ ਹੁੰਦੀ ਹੈ। ਸੋ ਲੋਕ ਵਿਗੜੇ ਹੋਏ ਨੇ, ਪਤਾ ਨਹੀਂ ਉਹਨਾਂ ਨੂੰ ਮਿਲਦਾ ਕੀ ਹੈ ਇਸ ਤਰ੍ਹਾਂ ਦਾ ਕੰਮ ਕਰਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਕਾਹਦਾ ਵੈਰ ਹੈ ਕਿਸੇ ਦਾ? ਸਾਡੇ ਵਰਗੇ ਕਿਸੇ ਇੱਕ ਅੱਧੇ ਪੁਰਖ ਨਾਲ ਹੋਵੇ, ਉਹਦੇ ਨਾਲ ਗੱਲ ਕੀਤੀ ਜਾ ਸਕਦੀ ਹੈ, ਉਹ ਤਾਂ ਗੱਲ ਮੰਨਣ ਵਾਲੀ ਹੈ। ਅਤੇ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਨਿਰਵੈਰ ਪੁਰਖ ਨੇ, ਸਤਿਗੁਰੂ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ, ਉਹ ਤਾਂ ਸੱਚੀ ਧਰਮਸ਼ਾਲਾ, ਸਾਰਿਆਂ ਨੂੰ ਧਰਮ ਦੇ ਅੰਦਰ ਰਹਿਣ ਦਾ ਉਪਦੇਸ਼ ਦਿੰਦੇ ਨੇ। ਕੋਈ ਵੀ ਹੈ ਉਹ ਆਪਦੇ ਧਰਮ ਦੇ ਵਿੱਚ ਰਹਿ ਕੇ, ਵਾਹਿਗੁਰੂ ਨਾਮ ਤਾਂ ਲਿਖਿਆ ਹੀ 13 ਵਾਰ ਹੈ, ਬਾਕੀ ਤਾਂ ਰਾਮ ਤੇ ਅੱਲਾ ਹੀ ਲਿਖਿਆ। CH01 BP 0097 ਇੰਡੇਵਰ ਗੱਡੀ ਰਸਤੇ ਦੇ ਵਿੱਚ ਖੜੀ ਹੈ। ਤੂੜੀ ਵਾਲੀ ਟਰਾਲੀ ਤੁਹਾਨੂੰ ਪਤਾ ਹੀ ਹੈ ਬੜੇ ਵਿਸਤਾਰ ਵਾਲੀ ਹੁੰਦੀ ਹੈ, ਇਹ ਗੱਡੀ ਉਹਨੂੰ ਰੋਕਾ ਲਾ ਰਹੀ ਹੈ। ਉਹ ਤੂੜੀ ਵਾਲਿਆਂ ਨੇ ਟਰਾਲੀ ਲਾ ਕੇ ਅਤੇ ਤੂੜੀ ਉਤਾਰਨੀ ਹੈ। ਜਿਸ ਦੀ ਵੀ ਇੰਡੇਵਰ ਗੱਡੀ ਚੰਡੀਗੜ੍ਹ ਦੇ ਨੰਬਰ 'ਤੇ ਰਸਤੇ ਵਿੱਚ ਖੜੀ ਹੈ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਰਸਤੇ ਵਿੱਚੋਂ ਆਪਣੀ ਗੱਡੀ ਪਾਸੇ ਕਰ ਲੈਣ। ਦੁਬਾਰਾ ਤੋਂ ਫਿਰ ਬੇਨਤੀ ਹੈ ਕਿ ਚੰਡੀਗੜ੍ਹ ਨੰਬਰ ਦੀ ਇੰਡੇਵਰ ਗੱਡੀ ਤੂੜੀ ਵਾਲੀ ਟਰਾਲੀ ਦੇ ਰਸਤੇ ਵਿੱਚ ਖੜੀ ਹੈ, ਉਹਨਾਂ ਨੂੰ ਬੇਨਤੀ ਹੈ ਕਿ ਉਹ ਮੇਰੀ ਆਵਾਜ਼ ਸੁਣਦੇ ਹੋਣ ਅਤੇ ਆਪਣੀ ਗੱਡੀ ਟਰਾਲੀ ਦੇ ਰਸਤੇ ਤੋਂ ਪਾਸੇ ਕਰ ਲੈਣ। ਗੱਲ ਚੱਲ ਰਹੀ ਸੀ ਨਿਰਵੈਰ ਸੰਗ ਵੈਰ ਰਚਾਏ। ਜਿਹੜੇ ਵਿਕਾਰੀ ਪੁਰਖ ਹੁੰਦੇ ਹਨ ਉਹਨਾਂ ਦੀ ਤਾਂ ਗੰਦੇ ਮੰਦੇ ਲੋਕਾਂ ਦੇ ਵਿੱਚ ਹੀ ਦੋਸਤੀ ਹੁੰਦੀ ਹੈ। ਗੰਦਿਆਂ ਮੰਦਿਆਂ ਦੇ ਨਾਲ ਹੀ ਉਹਨਾਂ ਦੀ ਬੋਲ ਬਾਣੀ ਬਹਿਣੀ ਖਲੋਣੀ ਹੁੰਦੀ ਹੈ। ਜਿਹੜੇ ਨਿਰਵੈਰ ਸਤਿਗੁਰੂ ਪੁਰਖ ਨੇ ਜਾਂ ਸਤਿਗੁਰਾਂ ਦੀ ਸਤਸੰਗਤ ਹੈ, ਉਹਦੇ ਨਾਲ ਉਹਨਾਂ ਨੇ ਵੈਰ ਰਚਾਇਆ ਫਜ਼ੂਲ ਦਾ ਹੀ। ਜਿਵੇਂ ਵੇਖੋ ਸ਼ੁਰੂ ਤੋਂ ਹੀ ਇਸੇ ਤਰ੍ਹਾਂ ਹੁੰਦਾ ਆ। ਭਗਤ ਪ੍ਰਹਿਲਾਦ ਜੀ ਨੇ ਹਰਨਾਕਸ਼ ਨੂੰ ਕੀ ਆਖਿਆ ਸੀ ਕਿ ਤਲਵਾਰ ਲੈ ਕੇ ਉਹਨੂੰ ਮਾਰਨ ਲਈ ਖੜਾ ਹੋ ਗਿਆ। ਛੋਟਾ ਜਿਹਾ ਬੱਚਾ 7 ਸਾਲ ਦਾ, ਕਿਸੇ ਦੀ ਜ਼ਿੰਦਗੀ ਨੂੰ ਭਲਾ ਕੀ ਖਤਰਾ ਹੋ ਸਕਦਾ, ਨਾਲੇ ਸਕੇ ਪਿਓ ਨੂੰ ਉਹ ਕੀ ਕਰ ਦੇਊਗਾ। ਐਵੇਂ ਫਜ਼ੂਲ ਦਾ ਹੀ ਵੈਰ ਪਾ ਲਿਆ। ਰਾਮ ਜੀ ਨੇ ਰਾਵਣ ਨੂੰ ਕੀ ਆਖਿਆ ਸੀਗਾ, ਉਹ ਤਾਂ ਵਿਚਾਰੇ ਕਰਮਾਂ ਦੇ ਮਾਰੇ ਆਪ ਜੰਗਲ 'ਚ ਤੁਰੇ ਫਿਰਦੇ, ਦਿਨ ਕੱਟ ਰਹੇ ਸੀਗੇ। 14 ਸਾਲ ਦਾ ਬਣੂਬਾਸ ਰਾਵਣ ਨੇ ਘਰ ਆ ਕੇ ਉਹਨਾਂ ਨਾਲ ਲੜਾਈ ਮੁੱਲ ਲਈ, ਵੈਰ ਪਾ ਲਿਆ ਨਾ ਫਜ਼ੂਲ ਦਾ ਹੀ। ਜਿਹੜਾ ਕ੍ਰਿਸ਼ਨ ਸੀਗਾ ਉਹ ਜੰਮਣ ਤੋਂ ਪਹਿਲਾਂ ਹੀ ਵੇਖੋ ਉਹਦੇ ਮਾਮੇ ਸਕੇ ਕੰਸ ਨੇ ਉਹਦੇ ਨਾਲ ਵੈਰ ਪਾ ਲਿਆ। ਛੋਟਾ ਜਿਹਾ ਬੱਚਾ ਹੈ, ਕਿਸੇ ਨੂੰ ਕੀ ਕਰ ਸਕਦਾ। ਤੋ ਇਸ ਲਈ ਆਕਾਸ਼ਬਾਣੀ ਹੋਈ ਵੀ ਇਹ ਜਿਹੜਾ ਤੂੰ ਆਪ ਦੀ ਭੈਣ ਨੂੰ ਖੁਸ਼ੀਆਂ ਮੇਲੇ ਨਾਲ ਤੋਰ ਰਿਹਾ, ਇਹ ਦੇਵਕੀ ਦੇ ਪੇਟੋਂ ਜਿਹੜਾ ਬੱਚਾ ਜਨਮ ਲਏਗਾ ਉਹ ਤੇਰੀ ਮੌਤ ਦਾ ਕਾਰਨ ਬਣੇਗਾ। ਬਸ ਉਸੇ ਗੱਲ ਤੋਂ ਹੀ ਵੈਰ ਪਾ ਲਿਆ। ਫਿਰ ਮਰਨਾ ਤਾਂ ਸੀਗਾ ਹੀ, ਉਹਦੇ ਹੱਥੋਂ ਹੀ ਮੌਤ ਲਿਖੀ ਸੀ ਵੀ ਮਰਨਾ ਤਾਂ ਪਊਗਾ ਹੀ। ਮੌਤ ਤੋਂ ਤਾਂ ਵੱਡੇ ਵੱਡੇ ਨਹੀਂ ਬਚ ਸਕੇ। ਰਾਵਣ ਸੇ ਮਹਿ ਰਾਵਣ ਸੇ ਕਟ ਕਾਨੋਂ ਸੇ ਪਲ ਬੀਚ ਪਛਾਰੇ ਕੰਸ ਕੇਸੀ ਜਿਨ ਪਕੜ ਗਿਰਾਇਆ। ਇਉਂ ਕਲਯੁਗ ਦੇ ਵਿੱਚ ਵੇਖੋ ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਜੀ, ਸਭਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਕੇ ਦੇ ਜਿਹੜੇ ਬ੍ਰਾਹਮਣ ਸੀ ਈਰਖਾਲੂ,
ਉਹਨਾਂ ਰਾਜਿਆਂ ਕੋਲ ਸ਼ਿਕਾਇਤਾਂ ਲਾਈਆਂ। ਮੌਕੇ ਦੇ ਰਾਜਿਆਂ ਨੇ ਕਬੀਰ ਜੀ ਨੂੰ ਸਿਕੰਦਰ ਨੇ ਬੰਨ੍ਹ ਕੇ ਗੰਗਾ 'ਚ ਸੁੱਟਿਆ। ਕਬੀਰ ਨੇ ਭਲਾ ਕੀ ਵਿਗਾੜਿਆ ਉਹਦਾ? ਦੱਸੋ, ਕੁਛ ਕਿਹਾ ਉਹਨੇ? ਨਾਮਦੇਵ ਨੇ ਕਿਸੇ ਨੂੰ ਕੀ ਆਖਿਆ? ਉਹਨੂੰ ਹਾਥੀ ਅੱਗੇ ਬੰਨ੍ਹ ਕੇ ਸੁੱਟਿਆ ਗਿਆ। ਮਤਲਬ ਦੁਨੀਆ ਦਾ ਦਿਮਾਗ ਖਰਾਬ ਹੋਇਆ ਪਿਆ, ਵਿਗੜੀ ਹੋਈ ਹੈ। ਵਿਗੜਿਆਂ ਦੇ ਨਾਲ ਤਾਂ ਹਾਸਾ ਠੱਠਾ ਕਰਨਗੇ, ਉਹ ਭਾਵੇਂ ਸਭ ਕੁਝ ਹੀ ਲੁੱਟ ਕੇ ਲੈ ਜਾਣ, ਪਰ ਭਲੇ ਮਾਨਸਾਂ ਨੂੰ ਪਸੰਦ ਨਹੀਂ ਕਰੂਗੀ ਦੁਨੀਆ। ਉਹਨੂੰ ਕਹਿ ਕੇ ਵੀ ਨੁੱਕਰ 'ਚ ਬੈਠਾ ਰਹੋ, ਚੁੱਪ ਕਰਕੇ ਬੋਲੀ ਨਾ, ਜੇ ਬੋਲਿਆ ਤਾਂ ਤੇਰੀ ਧੌਣ ਬੰਨਾਂਗੇ। ਐਵੇਂ ਫਜ਼ੂਲ ਹੀ। ਕਬੀਰ ਧਰਤੀ ਸਾਧਕੀ। ਕਬੀਰ ਜੀ ਕਹਿੰਦਾ ਵੀ ਰੱਬ ਨੇ ਬਣਾਈ ਤਾਂ ਧਰਤੀ ਸੀ ਸਾਧੂ ਸੰਤਾਂ ਲਈ, ਵੀ ਜਿੱਥੇ ਮਰਜ਼ੀ ਰਹਿਣ, ਜੋ ਮਰਜ਼ੀ ਖਾਣ ਪੀਣ, ਜਿਸ ਤਰ੍ਹਾਂ ਮਰਜ਼ੀ ਵਿਚਰਨ। ਅਤੇ ਪਰ ਵਿਗੜੇ ਹੋਏ ਲੋਕਾਂ ਨੇ ਸੰਤਾਂ 'ਤੇ ਵੀ ਟੈਕਸ ਠੋਕ ਦਿੱਤਾ। ਜਿਹੜਾ ਰਾਵਣ ਸੀ ਐਡਾ ਵਿਗੜਿਆ ਹੋਇਆ, ਖਰਾਬ ਦਿਮਾਗ ਵਾਲਾ ਬੰਦਾ, ਤਾਈਓ ਤਾਂ ਮੌਤ ਆਈ। ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕੀ ਲੈ ਗਿਆ। ਕੁੱਤੇ ਦੀ ਜਦ ਮੌਤ ਆਈ, ਕਹਿੰਦੀ ਉਹ ਮਸੀਤ ਦਾ ਵੀ ਸਤਿਕਾਰ ਨਹੀਂ ਰੱਖਦਾ, ਕੋਠੇ ਚੜ੍ਹ ਜਾਂਦਾ। ਇਉਂ ਜਿਹੜੇ ਵਿਗੜੇ ਹੋਏ ਲੋਕ ਨੇ ਜਦ ਮੌਤ ਆਏ ਤਾਂ ਉਹ ਧਰਮ ਦਾ ਖਿਆਲ ਨਹੀਂ ਰੱਖਦੇ। ਸੰਤਾਂ ਨੂੰ ਕਹਿੰਦਾ ਵੀ ਤੁਸੀਂ ਵਿਹਲੇ ਤੁਰੇ ਫਿਰਦੇ ਹੋ, ਮੇਰੇ ਰਾਜ ਵਿੱਚੋਂ ਮੰਗ ਕੇ ਖਾਂਦੇ ਹੋ, ਮੈਨੂੰ ਟੈਕਸ ਦਿਓ। ਉਹ ਕਹਿਣ ਲੱਗੀ, ਉਹ ਭਲਿਆ ਮਾਨਸਾ, ਸਾਡੇ ਕੋਲ ਤਾਂ ਕਾਣੀ ਕੌਡੀ ਵੀ ਨਹੀਂ, ਅਸੀਂ ਤਾਂ ਮਸਾਂ ਆਪ ਦਾ ਪੇਟ ਭਰਨ ਲਈ ਜਦ ਬਹੁਤੀ ਭੁੱਖ ਲੱਗਦੀ ਹੈ ਮੰਗ ਕੇ ਗੁਜ਼ਾਰਾ ਕਰਦੇ ਹਾਂ। ਕਹਿੰਦੇ ਰਹਿੰਦੇ ਤਾਂ ਇੱਥੇ ਹੀ ਹੋ ਨਾ। ਉਹਨਾਂ ਗੁੱਸੇ 'ਚ ਆਖਿਆ ਵੀ ਫਿਰ ਤੂੰ ਸਾਡਾ ਖੂਨ ਕੱਢ ਲਾ। ਉਹਨੇ ਆਖਿਆ ਲਿਆ ਖੂਨ ਦੇ ਦਿਓ। ਕਹਿੰਦੇ ਚੰਗਾ। ਫਿਰ ਸੰਤਾਂ ਨੇ ਆਪ ਦਾ ਖੂਨ ਕੱਢ ਕੇ ਇੱਕ ਘੜਾ ਭਰ ਲਿਆ। ਖੂਨ ਦਾ ਘੜਾ ਭਰ ਕੇ ਉੱਤੇ ਲਾਲ ਕੱਪੜਾ ਬੰਨ੍ਹ ਕੇ, ਰੈੱਡ ਲਾਈਟ ਜਿਹੜੀ ਹੁੰਦੀ ਹੈ ਉਹ ਖਤਰੇ ਦੀ ਨਿਸ਼ਾਨੀ ਹੁੰਦੀ ਹੈ, ਇਹਦੇ ਦਰਬਾਰ ਵਿੱਚ ਭੇਜ ਦਿੱਤਾ। ਇਹਨੂੰ ਅਲਰਟ ਕਰ ਦਿੱਤਾ ਵੀ ਰੈੱਡ ਲਾਈਟ ਹੀ ਲਾਲ ਕੱਪੜਾ। ਜਿੱਦਣੇ ਲਾਲ ਕੱਪੜਾ ਉੱਤੋਂ ਪਰਾਂ ਹੋ ਗਿਆ, ਕਹਿੰਦਾ ਵੀ ਘੜੇ 'ਚ ਕੀ ਹੈ? ਕਹਿੰਦੇ ਵੀ ਇਹਦੇ 'ਚ ਤੇਰੀ ਮੌਤ ਭੇਜੀ ਹੈ, ਮੌਤ। ਜਿੱਦਣੇ ਖੁੱਲੂਗਾ ਤੇਰੀ ਮੌਤ ਵਿੱਚੋਂ ਨਿਕਲੂਗੀ। ਸੱਚਮੁੱਚ ਹੀ ਜਦ ਇਹਨੇ ਬਚਨ ਸੁਣਿਆ ਤੇ ਘਬਰਾ ਗਿਆ। ਫਿਰ ਇਹਨੇ ਆਪਣੇ ਰਾਜ ਤੋਂ ਬਾਹਰ ਮਹਾਰਾਜੇ ਜਨਕ ਦੇ ਰਾਜ ਵਿੱਚ ਧਰਤੀ ਪੁੱਟ ਕੇ ਘੜਾ ਦੱਬ ਦਿੱਤਾ। ਉੱਥੇ ਕਹਿੰਦੇ ਕਾਲ ਪੈ ਗਿਆ। ਮਹਾਰਾਜਾ ਜਨਕ ਨੇ ਜੋਤਸ਼ੀਆਂ ਤੋਂ ਪੁੱਛਿਆ। ਜੋਤਸ਼ੀ ਕਹਿਣ ਲੱਗੇ ਤੂੰ ਸੋਨੇ ਦਾ ਹਲ ਲੈ ਕੇ ਹਲ ਵਾਹ। ਜਦ ਹਲ ਵਾਹਿਆ ਉਹੀ ਘੜਾ ਹਲ ਦੇ ਨਾਲ ਅੜ ਕੇ ਨਿਕਲਿਆ। ਜਦ ਮਹਾਰਾਜੇ ਜਨਕ ਨੇ ਘੜੇ ਨੂੰ ਖੋਲ੍ਹਿਆ, ਵਿੱਚੋਂ ਬੜੀ ਸੁੰਦਰ ਸਰੂਪ ਵਾਲੀ ਛੋਟੀ ਜਿਹੀ ਬੱਚੀ ਨਿਕਲੀ, ਜਿਸ ਦਾ ਨਾਮ ਧਰਤੀ ਵਿੱਚੋਂ ਨਿਕਲਣ ਕਰਕੇ ਸੀਤਾ ਰੱਖਿਆ ਗਿਆ। ਉਹੀ ਸੀਤਾ ਰਾਵਣ ਦੀ ਮੌਤ ਦਾ ਕਾਰਨ ਬਣੀ। ਤੋ ਇੰਜ ਸੰਤਾਂ ਨਾਲ ਵੈਰ ਕਮਾਵੰਦੇ, ਦੁਸ਼ਟਾਂ ਨਾਲ ਮੋਹ ਪਿਆਰ। ਸਾਡਾ ਮਹਿਕਮਾ ਤਾਂ ਮੰਗ ਕੇ ਖਾਣ ਵਾਲਿਆਂ ਜੋ ਤੁਹਾਡੇ ਸਾਹਮਣੇ ਗੁਰੂ ਘਰ ਦੇ ਵਿੱਚ ਕਥਾ ਕੀਰਤਨ ਕਰਨਾ, ਮਹਾਰਾਜ ਦੀ ਬਾਣੀ ਦਾ ਪਾਠ ਪਠਨ ਕਰਨਾ। ਦਮਦਮੀ ਟਕਸਾਲ ਦੇ 14ਵੇਂ ਜਥੇਦਾਰ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ ਇੰਦਰਾ ਗਾਂਧੀ ਦੀ ਲੱਤ ਭੰਨੀ ਸੀ। ਦੱਸੋ ਕੀ ਉਹਨੂੰ ਫੱਟ ਮਾਰਿਆ? ਉਹ ਐਵੇਂ ਹੀ ਗੁੱਸੇ 'ਚ ਆ ਗਈ। ਗੁਰਦੁਆਰੇ ਦੇ ਬੰਦਿਆਂ ਦੇ ਫਜ਼ੂਲ ਦਾ ਹੀ ਤੂੰ ਆਪਦੀ ਦਿੱਲੀ ਸਾਂਭ, ਉੱਥੇ ਰਾਜ ਕਰਦੀ ਰਹੋ, ਤੈਨੂੰ ਸੰਤਾਂ ਨਾਲ ਕੀ? ਗੁਰੂ ਘਰ ਦੇ ਵਿੱਚ ਹੀ ਤਾਂ ਸੰਤਾਂ ਨੇ ਰਹਿਣਾ ਹੈ। ਦੱਸੋ ਸੰਤਾਂ ਦੀ ਜਗ੍ਹਾ ਹੋਰ ਕਿੱਥੇ ਹੈ? ਇਹ ਜਿਹੜੀ ਕਥਾ ਸਾਡਾ ਕੰਮ ਹੀ, ਹੋਰ ਦੁਨੀਆ ਦੇ ਸਾਰੇ ਕੰਮ ਤੁਸੀਂ ਆਪਦੇ ਘਰ ਬਾਰ ਦਫ਼ਤਰਾਂ 'ਚ ਕਰ ਸਕਦੇ ਹੋ, ਸਾਡਾ ਤਾਂ ਕੰਮ ਹੀ ਗੁਰਦੁਆਰੇ ਦਾ। ਕਮਲੇ ਲੋਕ ਇਹ ਸਵਾਲ ਕਰਦੇ ਹੈ ਜੀ ਸੰਤ ਦਰਬਾਰ ਸਾਹਿਬ ਕਿਉਂ ਗਏ? ਦੱਸੋ ਦਰਬਾਰ ਸਾਹਿਬ ਜਾਣਾ ਗੁਨਾਹ ਹੈ? ਉਹਨਾਂ ਦਾ ਸੁਭਾਅ ਸੀਗਾ ਕਿ ਉਹ ਜਿਸ ਗੱਲ 'ਤੇ ਅੜ ਜਾਂਦੇ ਉਹ ਗੱਲ ਮੰਨਦੇ ਨਹੀਂ ਸਨ, ਜਿੰਨਾ ਮਰਜ਼ੀ ਕੋਈ ਜ਼ੋਰ ਲਾਏ। ਆਪਦੇ ਧਰਮ 'ਚ ਪਰਪੱਕ ਰਹਿੰਦੇ, ਜਿਹੜਾ ਬਚਨ ਕਰਦੇ ਉਹਦੇ 'ਤੇ ਪੂਰੇ ਨਿਭਦੇ। ਉਹਨਾਂ ਆਖਿਆ ਵੀ ਮੈਂ ਨਹੀਂ ਬਾਹਰ ਹੋਣਾ, ਕਰ ਲਓ ਜੋ ਕਰਨਾ। ਅਤੇ ਇਸ ਵਾਸਤੇ ਨਿੱਕੀ ਜਿਹੀ ਗੱਲ ਤੋਂ ਅਸੀਂ ਇੰਨਾ ਵੱਡਾ ਬਖੇੜਾ ਖੜਾ ਕਰ ਦਿੱਤਾ। ਇੱਕ ਜਨਾਨੀ ਨੇ ਵੇਖੋ
ਘਰਾਂ ਬਾਰਾਂ ਦੀਆਂ ਭਲਾ ਸੁਣਿਆ ਹੀ ਆ ਵੀ ਜਨਾਨੀਆਂ ਬੀਬੀਆਂ ਲੜਦੀਆਂ ਨੇ, ਮੈਨੂੰ ਮਾफ़ ਕਰਨਾ। ਪੂਰੇ ਦਾ ਪੂਰਾ ਦੇਸ਼ ਹੀ ਵੇਖੋ ਕਲੰਕਿਤ ਕਰ ਦਿੱਤਾ। ਵਰਲਡ ਦੇ ਇਤਿਹਾਸ ਦੇ ਵਿੱਚ ਕਿਤੇ ਇਹ ਨਹੀਂ ਹੋਇਆ ਕਿ ਆਪਦੇ ਹੀ ਦੇਸ਼ ਵਿੱਚ ਦੇਸ਼ ਦੀ ਫੌਜ ਨੇ ਜਨਤਾ 'ਤੇ ਹਮਲਾ ਕੀਤਾ ਹੋਵੇ। ਅਮਰੀਕਾ ਦੀ ਫੌਜ, ਮੈਂ ਫੋਟੋ ਵੇਖੀ, ਗੋਡੇ ਟੇਕਦੇ ਦਿਖਾਈ ਹੈ। ਜਨਤਾ ਰੋਸ ਮੁਜ਼ਾਹਰਾ ਕੋਈ ਕਰ ਰਹੀ ਸੀ ਅਤੇ ਫੌਜ ਨੂੰ ਲਾਇਆ ਗਿਆ ਸਿਕਿਉਰਿਟੀ ਲਈ, ਅਤੇ ਉਹ ਫੌਜ ਨੇ ਹਥਿਆਰ ਸੁੱਟ ਕੇ ਮੱਥਾ ਟੇਕ ਦਿੱਤਾ ਵੀ ਤੁਹਾਨੂੰ ਮੱਥਾ ਟੇਕਿਆ, ਤੁਹਾਡੇ ਲਈ ਆਪਾਂ ਥੋੜ੍ਹਾ। ਜਿਹੜੀ ਫੌਜ ਹੁੰਦੀ ਹੈ ਉਹ ਤਾਂ ਬੇਗਾਨੇ ਦੇਸ਼ ਦੀਆਂ ਫੌਜਾਂ ਨਾਲ ਲੜਨ ਵਾਸਤੇ ਬਣਾਈ ਦੀ ਹੈ। ਇਹ ਪਲਦੀ ਕਿਹਦੇ ਤੋਂ ਆ? ਜਨਤਾ ਦੇ ਪੈਸੇ ਤੋਂ। ਜੋ ਵੀ ਜਨਤਾ ਟੈਕਸ ਦਿੰਦੀ ਹੈ ਉਹਦੇ ਤੋਂ ਹੀ ਫੌਜ ਦਾ ਗੁਜ਼ਾਰਾ ਚੱਲਦਾ। ਔਰ ਵੋਟਾਂ ਲੈ ਕੇ ਜਨਤਾ ਦੀ ਬਹੁਮਤ ਲੈ ਕੇ ਹੀ ਕੁਰਸੀ ਦੀ ਪ੍ਰਾਪਤੀ, ਅਤੇ ਖਾਂਦੇ ਵੀ ਲੋਕ ਜਨਤਾ ਦਾ ਨੇ। ਫਿਰ ਉਸੇ ਜਨਤਾ ਦੇ ਹਥਿਆਰ ਚੁੱਕ ਕੇ ਉਹਨਾਂ ਦਾ ਕਹਾਣ ਮਚਾਉਣਾ ਕਿੱਡੀ ਕੁ ਵੱਡੀ ਸੂਰਮਗਤੀ ਹੈ। ਪਰ ਉਹਨੇ ਮਹਾਂਪੁਰਖਾਂ ਨਾਲ ਵੈਰ ਕੀਤਾ ਔਰ ਹੱਦ ਪੰਨੇ ਟਪਾ ਦਿੱਤੇ। ਹਵਾਈ ਜਹਾਜ਼ਾਂ ਦੀ ਤੋਪਾਂ ਟੈਂਕਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਕੇ ਢੇਰੀ ਕਰ ਦਿੱਤਾ। ਹਰਿਮੰਦਰ ਸਾਹਿਬ 'ਤੇ ਗੋਲੀ ਆਦਿਕ ਚਲਾਈ, ਮਹਾਂਪੁਰਖਾਂ ਦਾ ਨੁਕਸਾਨ ਹੋਇਆ। ਕਿੰਨੇ ਸਿੰਘਾਂ ਦੀਆਂ ਵੇਖੋ ਸ਼ਹੀਦੀਆਂ, ਕਿੰਨੀਆਂ ਸੰਗਤਾਂ ਉੱਥੇ ਕਤਲੇਆਮ ਹੋਇਆ, ਮਿੱਥ ਕੇ ਸਭ ਕੁਛ ਹੋਇਆ। ਇਸ ਵਾਸਤੇ ਮਾਰੇ ਕਹਿੰਦੇ ਵੀ ਇਹ ਵਿਗੜੇ ਹੋਏ ਲੋਕ ਨੇ। ਜੇ ਰੱਬ ਵੀ ਇਹਨਾਂ ਨੂੰ ਸਮਝਾਏ ਤਾਂ ਉਹਦੀ ਗੱਲ ਵੀ ਨਹੀਂ ਮੰਨਣਗੇ। ਜਮ ਕਾ ਡੰਡ ਮੂੰਡ ਮੈਂ ਲੱਗਾ, ਖਿਰ ਮੈਂ ਕਰੇ ਨਬੀਰਾ, ਆਖਰ ਮੌਤ ਹੀ ਇਹਨਾਂ ਤੋਂ ਲੇਖਾ ਲਵੇਗੀ। ਲੇਖਾ ਲੇਵੈ ਤਿਲ ਜਿਉਂ ਪੇੜੀ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਅੱਗੇ ਪਿੱਛੇ ਸੁੱਖ ਨਹੀਂ, ਮਰ ਜੰਮੇ ਵਾਰੋ ਵਾਰ। ਜੋ ਵਿਕਾਰੀ ਪੁਰਖ ਵੈਰ ਤੋਂ ਰਹਿਤ ਸੰਤ ਮਹਾਤਮਾ ਦੇ ਨਾਲ, ਅੱਜ ਕੱਲ੍ਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੀ ਲੋਕ ਵੈਰ ਰਚਾਈ ਰੱਖਦੇ ਹਨ। ਭਲਾ ਸੁੱਖ ਆਸਣ ਵਾਲੇ ਕਮਰੇ ਨੂੰ ਹੀ, ਸੱਚਖੰਡ ਨੂੰ ਹੀ ਅੱਗ ਕਿਉਂ ਲੱਗਦੀ ਹੈ? ਉੱਥੇ ਹੀ ਸਰਕਟ ਸ਼ਾਰਟ ਕਿਉਂ ਹੁੰਦਾ? ਕਿਸੇ ਸ਼ਰਾਬੀ ਬੰਦੇ ਦੇ ਘਰ 'ਚ ਸਰਕਟ ਸ਼ਾਰਟ ਕਿਉਂ ਨਹੀਂ ਹੁੰਦਾ? ਸੋ ਆਪ ਸਭ ਕੁਝ ਸ਼ਰਾਰਤਾਂ ਕਰਨੀਆਂ ਅਤੇ ਮੁੜ ਕੇ ਕਹਿ ਦੇਣਾ ਜੀ ਸਰਕਟ ਸ਼ਾਰਟ ਹੋ ਗਿਆ। ਜਗ੍ਹਾ ਜਗ੍ਹਾ 'ਤੇ ਇਸ ਤਰ੍ਹਾਂ ਬੇਦਬੀ ਹੋ ਰਹੀ ਹੈ। ਤਾਈਓ ਤਾਂ ਬੇੜਾ ਗਰਕ ਹੋਇਆ ਪਿਆ। ਕਦੀ ਕਰੋਨਾ ਅਤੇ ਕਦੀ ਡੇਂਗੂ ਅਤੇ ਕਦੀ ਕੁਛ ਕਦੀ ਕੁਛ। ਦੁਨੀਆ ਮਰਨ 'ਤੇ ਜੂ ਆਈ ਆ। ਧਰਮ ਦੀ ਬੇਦਬੀ ਕਰ ਰਹੀ ਹੈ, ਧਰਮ ਦਾ ਸਤਿਕਾਰ ਨਹੀਂ ਹੋ ਰਿਹਾ। ਇਸ ਲਈ ਆਪਣਾ ਹੀ ਕੀਤਾ ਆਪਾਂ ਪਾ ਰਹੇ ਹਾਂ। ਨਿਰਵੈਰ ਸੰਗ ਵੈਰ ਰਚਾਏ, ਨਿਰਵੈਰ ਪੁਰਖ ਜੋ ਰੱਬ ਦੇ ਪਿਆਰ ਵਾਲੇ ਸਤਸੰਗੀ ਗੁਰਮੁਖ ਪਿਆਰੇ ਨੇ, ਉਹਨਾਂ ਨਾਲ ਜੇ ਕੋਈ ਵੈਰ ਰਚਾਉਂਦਾ ਹੈ, ਪਹੁੰਚ ਨਾ ਸਕੈ ਗਵਾਰਾ। ਉਹ ਬੇਸਮਝ ਪੁਰਖ ਸੰਤਾਂ ਦੇ ਜਸ ਬਰਾਬਰ ਨਹੀਂ ਪਹੁੰਚ ਸਕਦਾ। ਉਹਨਾਂ ਦਾ ਜਸ ਤਾਂ ਮਰਨ ਤੋਂ ਬਾਅਦ ਵੀ ਹੁੰਦਾ। ਗੁਰਦੁਆਰੇ ਬਣ ਜਾਂਦੇ ਨੇ, ਅਜਾਇਬ ਘਰ 'ਚ ਫੋਟੋਆਂ ਲੱਗਦੀਆਂ। ਜਿਸ ਜਗ੍ਹਾ 'ਤੇ ਤੁਸੀਂ ਬੈਠੇ ਹੋ, ਬਾਬਾ ਹਨੂੰਮਾਨ ਸਿੰਘ ਜੀ ਐਵੇਂ ਫਜ਼ੂਲ ਹੀ ਵੈਰ ਪਾ ਲਿਆ ਗੋਰਿਆਂ ਨੇ ਅਤੇ ਪਟਿਆਲੇ ਵਾਲੇ ਰਾਜੇ ਨੇ। ਜਦੋਂ ਤੱਕ ਇਹਨਾਂ ਨੂੰ ਖ਼ਤਮ ਨਹੀਂ ਕਰ ਦਿੱਤਾ, ਉਹਨਾਂ ਚਿਰ ਤੱਕ ਉਹਨਾਂ ਨੇ ਪਿੱਛਾ ਕਰਨਾ ਬੰਦ ਨਹੀਂ ਕੀਤਾ। ਇੱਥੇ ਆ ਕੇ ਸਿੰਘਾਂ ਦੀ ਸ਼ਹੀਦੀ ਹੋਈ। ਉਹਨਾਂ ਆਪਦੀ ਜਾਨ ਦੀ ਪਰਵਾਹ ਨਹੀਂ ਕੀਤੀ, ਪਰ ਧਰਮ ਨਹੀਂ ਤਿਆਗਿਆ। ਕਹੋ ਨਾਨਕ ਸੰਤਨ ਕਾ ਰਾਖਾ। ਹੁਣ ਤੁਹਾਡੇ ਸਾਹਮਣੇ ਉਹਨਾਂ ਦੀ ਮਹਿਮਾ ਹੋ ਰਹੀ ਹੈ, ਅਤੇ ਜਿਨ੍ਹਾਂ ਪਿੱਛਾ ਕੀਤਾ ਉਹਨਾਂ ਦਾ ਨਾਮੋ ਨਿਸ਼ਾਨ ਨਹੀਂ। ਸਤਿਗੁਰੂ ਜੀ ਕਹਿੰਦੇ ਕਿ ਮਹਾਤਮਾ ਜਿਨ੍ਹਾਂ ਦਾ ਰੱਖਿਅਕ ਤਾਂ ਆਪ ਪਾਪਾਂ ਤੋਂ ਪਰੇ ਵਿਆਪਕ ਪਰਮੇਸ਼ਰ ਹੁੰਦਾ ਹੈ। ਪਾਰ ਬ੍ਰਹਮ ਨਿਰੰਕਾਰ, ਪਾਰ ਬ੍ਰਹਮ ਪਰਮੇਸ਼ਰ ਨਿਰੰਕਾਰ ਉਹਨਾਂ ਸੰਤਾਂ ਦਾ ਰਾਖਾ ਹੈ। ਲੋਕ ਪਰਲੋਕ ਦਾ ਨਿੰਦਕ ਕਾ ਮਾਥਾ ਇਹਾਂ ਉਹਾਂ ਕਾਲਾ। ਨਿੰਦਕ ਪੁਰਸ਼ ਦਾ ਜਿਹੜਾ ਮੱਥਾ ਚਿਹਰਾ ਹੈ ਇਸ ਲੋਕ ਵਿੱਚ ਵੀ ਅਤੇ ਪਰਲੋਕ ਦੇ ਵਿੱਚ ਵੀ ਕਾਲਾ ਹੁੰਦਾ ਹੈ। ਸਾਰਗ ਮਹੱਲਾ ਪੰਜਵਾ। ਪੰਜਵੀਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ 'ਚ ਸ਼ੋ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ। ਅਵਰ ਸਭ ਭੂਲੇ, ਹੋਰ ਸਾਰੇ ਜੀਵ
ਅਗਿਆਨ ਦੇ ਕਾਰਨ ਸਰੂਪ ਦੇ ਵੱਲੋਂ ਭੁੱਲੇ ਹੋਏ ਹਨ। ਭ੍ਰਮਤ ਨਾ ਜਾਣਿਆ ਕਿਉਂਕਿ ਜੂਨਾ ਵਿਸ਼ੇ ਵਾਸ਼ਨਾ ਜਾਂ ਮਨ ਦੇ ਸੰਕਲਪਾਂ 'ਚ ਭਰਮਦਿਆਂ ਨੇ ਵਾਹਿਗੁਰੂ ਦੇ ਸਰੂਪ ਨੂੰ ਨਹੀਂ ਜਾਣਿਆ। ਸਤਿਗੁਰੂ ਨੇ ਕਿਰਪਾ ਕੀਤੀ ਹੈ, ਸਾਨੂੰ ਤਾਂ ਗੁਰਦੁਆਰੇ ਦੇ ਦਰਸ਼ਨ ਕਰਾ ਦਿੱਤੇ। ਪੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਨ ਰਾਮ ਨਾਮ ਚਿਤਾਰੇ, ਵਸਰੇ ਹਿਰਦੈ ਗੁਰ ਚਰਨ ਪਿਆਰੇ। ਭੁੱਲੇ ਭਟਕੇ ਨੂੰ ਨਿਸ਼ਾਨ ਸਾਹਿਬ ਦੇ ਦਰਸ਼ਨ ਹੋ ਜਾਣ ਤਾਂ ਸਾਚ ਸਾਹ ਆਉਂਦਾ। ਇਉਂ ਮਹਾਰਾਜ ਦੀ ਕਿਰਪਾ ਹੋਈ ਹੈ। ਬਾਕੀ ਸਭ ਦੁਨੀਆ ਭੁੱਲੀ ਫਿਰਦੀ ਹੈ। ਏਕ ਸੁਧਾਖਰ ਜਾ ਕਹਿ ਹਿਰਦੈ ਵਸਿਆ। ਸੁਧਾਖਰ ਦਾ ਮਤਲਬ ਹੈ ਸ਼ੁੱਧ ਅੱਖਰ। ਸ਼ੁੱਧ ਅੱਖਰ ਕਿਹੜਾ ਹੈ? ਵਾਹਿਗੁਰੂ, ਪ੍ਰਭੂ ਦਾ ਨਾਮ, ਜਿਨ੍ਹਾਂ ਦੇ ਹਿਰਦੇ ਵਿੱਚ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਇਹ ਸ਼ੁੱਧ ਇੱਕ ਅੱਖਰ ਵਾਹਿਗੁਰੂ ਦਾ ਨਾਮ ਵਸ ਗਿਆ ਹੈ। ਤਿਨ ਬੇਦਹ ਤਤ ਪਛਾਨਿਆ। ਤਿਨਾਂ ਨੇ ਚਾਰੇ ਵੇਦਾਂ ਦਾ ਸਿਧਾਂਤ ਪਹਿਚਾਨ ਲਿਆ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਪਰ ਵਿਰਤ ਮਾਰਗ ਜੇਤਾ ਕਿਛ ਹੋਈਆ। ਮਾਇਆ ਦੀ ਫਲਾਵਟ ਵਾਲੇ ਰਸਤੇ ਵਿੱਚ ਜਿਤਨਾ ਕੁਝ ਵੀ ਪੁੰਨ ਦਾਨ ਹੁੰਦਾ ਹੈ, ਤੇਤਾ ਲੋਗ ਪਛਾਰਾ। ਉਤਨਾ ਲੋਕ ਦਿਖਾਵਾ ਹੀ ਹੁੰਦਾ ਹੈ ਜਾਂ ਲੋਕਾਂ ਨੂੰ ਪਤਿਆਉਣਾ ਹੁੰਦਾ ਹੈ। ਜਉ ਲੋ ਹਿਰਦੈ ਨਹੀਂ ਪਰਗਾਸਾ। ਜਦ ਤੱਕ ਹਿਰਦੇ 'ਚ ਬ੍ਰਹਮ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ, ਤਉ ਲੋ ਅੰਧ ਅੰਧਾਰਾ। ਤਦ ਤੱਕ ਜੀਵ ਅਗਿਆਨ ਰੂਪ ਹਨੇਰੇ ਕਾਰਨ ਅੰਨਾ ਹੋਇਆ ਰਹਿੰਦਾ ਹੈ। ਇਸੇ ਪ੍ਰਕਾਰ ਜਉ ਲੋ ਹਿਰਦੈ ਨਹੀਂ ਪਰਗਾਸਾ। ਮਨ ਬੁੱਧ ਰੂਪ ਨੇਤਰਾਂ ਦੇ ਵਿੱਚ ਵਿਚਾਰ ਰੂਪੀ ਨਿਗਾਹ ਤੋਂ ਬਗੈਰ ਹੋਣ ਕਾਰਨ ਤਉ ਲੋ ਅੰਧ ਅੰਧਾਰਾ। ਅਗਿਆਨੀ ਜੀਵ ਨੂੰ ਅਗਿਆਨ ਦਾ ਹਨੇਰਾ ਹੀ ਬਣਿਆ ਰਹਿੰਦਾ ਹੈ ਜਦੋਂ ਤੱਕ ਬ੍ਰਹਮ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ। ਅਰਥਾਤ ਜਿਵੇਂ ਅੰਨੇ ਪੁਰਖ ਦੇ ਕਮਰੇ ਅੰਦਰ ਅਣਗਿਣਤ ਦੀਵੇ ਵੀ ਭਾਵੇਂ ਬਾਲ ਦਈਏ ਤਾਂ ਵੀ ਉਹਦੇ ਨੇਤਰਾਂ ਅੱਗੇ ਹਨੇਰਾ ਹੀ ਰਹਿੰਦਾ ਹੈ। ਇਸੇ ਪ੍ਰਕਾਰ ਭਾਵੇਂ ਬੇਮੁਖ ਪੁਰਖ ਦੇ ਅੱਗੇ ਵੇਦਾਂ ਸ਼ਾਸਤਰਾਂ ਸਿਮਰਤੀਆਂ ਰੂਪ ਦੀਵੇ ਜਗਾ ਕੇ ਰੱਖ ਦਈਏ। ਜਿਹੜਾ ਉੱਲੂ ਬਾਟਾ ਹੁੰਦਾ, ਉੱਲੂ ਨੂੰ ਦਿਖਦਾ ਹੀ ਨਹੀਂ, ਉਹ ਕੰਧਾਂ 'ਚ ਵੱਜਦਾ ਫਿਰਦਾ ਹੈ। ਖੰਭ ਐਵੇਂ ਪੜਵਾ ਲੈਂਦਾ, ਚਾਨਣ ਉਹਨੂੰ ਚੰਗਾ ਹੀ ਨਹੀਂ ਲੱਗਦਾ। ਉਸ ਗਿਆਨੀ ਪੁਰਖ ਦੇ ਹਿਰਦੇ ਦੇ ਵਿੱਚ ਉੱਲੂ ਦੀ ਤਰ੍ਹਾਂ ਭਾਵੇਂ ਕਰੋੜਾਂ ਹੀ ਸੂਰਜ ਚੜ੍ਹ ਜਾਣ, ਅਗਿਆਨ ਦਾ ਹਨੇਰਾ ਬਣਿਆ ਹੀ ਰਹਿੰਦਾ ਹੈ। ਜੈਸੇ ਧਰਤੀ ਸਾਧੈ ਬਹੁ ਬਿਧ। ਜਿਵੇਂ ਕੋਈ ਜ਼ਿਮੀਂਦਾਰ ਪੁਰਖ ਹਲ ਆਦਿਕ ਵਾਹ ਕੇ ਉਹਨੂੰ ਪਾਣੀ ਆਦਿਕ ਲਾ ਕੇ ਬਹੁਤ ਵਿਧੀਆਂ ਨਾਲ ਜ਼ਮੀਨ ਨੂੰ ਸਾਧਨਾ ਸਵਾਰਨਾ ਕਰਦਾ ਹੈ। ਬਿਨ ਬੀਜੈ ਨਹੀਂ ਜਾਮੈ। ਪਰ ਜ਼ਮੀਨ 'ਚ ਬੀਜ ਬੀਜਦਾ ਹੀ ਨਹੀਂ। ਬੀਜ ਬੀਜੇ ਤੋਂ ਬਿਨਾਂ ਕੁਝ ਵੀ ਲਾਭ ਵਾਲਾ ਪਦਾਰਥ ਜੰਮਦਾ ਨਹੀਂ, ਉੱਗਦਾ ਨਹੀਂ ਹੈ। ਇਸੇ ਪ੍ਰਕਾਰ ਜੈਸੇ ਧਰਤੀ ਸਾਧੈ ਬਹੁ ਬਿਧ। ਜਿਵੇਂ ਭਾਵੇਂ ਜਪ ਤਪ ਆਦਿਕ ਬਹੁਤ ਤਰ੍ਹਾਂ ਦੇ ਸਾਧਨਾ ਨਾਲ ਬੁੱਧ ਰੂਪ ਧਰਤੀ ਨੂੰ ਸਾਧਨਾ ਸਮਾਰਨਾ ਵੀ ਕਰੇ, ਪਰ ਗੁਰ ਉਪਦੇਸ਼ ਨੂੰ ਸਰਵਣ ਕਰਨ ਰੂਪ ਬਿਨ ਬੀਜੈ ਨਹੀਂ ਜਾਮੈ। ਬੀਜ ਬੀਜੇ ਤੋਂ ਬਿਨਾਂ ਕਥਾ ਸੁਣੀ ਹੋਈ ਨਹੀਂ, ਕੀਰਤਨ ਸੁਣਿਆ ਹੀ ਨਹੀਂ, ਅਤੇ ਪੁੰਨ ਦਾਨ ਆਦਿਕ ਕਰਦਿਆਂ ਅਤੇ ਕਲਿਆਣ ਨਹੀਂ ਹੋਣੀ। ਇਹ ਨਾਮ ਦਾ ਬੀਜ ਤਾਂ ਬੀਜਿਆ ਹੀ ਨਹੀਂ, ਮੰਨਣ ਕਰਨਾ ਅਤੇ ਇਹ ਉੱਗਦਾ ਹੀ ਨਹੀਂ। ਸ਼ੁਭ ਗੁਣ ਜੰਮਦੇ ਨਹੀਂ, ਉੱਗਦੇ ਨਹੀਂ ਹਨ। ਜੇ ਸਰਵਣ ਨਹੀਂ ਕੀਤਾ ਫਿਰ ਮੰਨਣ ਕਿੱਥੋਂ ਆਊਗਾ। ਅਰਥਾਤ ਜਿਵੇਂ ਉਸ ਜ਼ਿਮੀਂਦਾਰ ਦੀ ਜ਼ਮੀਨ ਚੰਗੀ ਹੁੰਦੀ ਹੈ ਜੋ ਰੂੜੀ ਦੀ ਖਾਦ ਚੰਗੀ ਪਾਵੇ, ਪਾਣੀ ਵੀ ਲਾਵੇ, ਨਦੀ ਨਾਦਕ ਨੂੰ ਪੁੱਟ ਕੇ ਸਾਫ਼ ਰੱਖੇ, ਵਾਹੀ ਵੀ ਚੰਗੀ ਕਰਕੇ ਰੱਖੇ, ਪਰ ਬੀਜ ਬੀਜੇ ਤੋਂ ਬਗੈਰ ਜ਼ਮੀਨ 'ਚ ਕੁਝ ਉੱਗਦਾ ਹੀ ਨਹੀਂ ਹੈ। ਇਸੇ ਪ੍ਰਕਾਰ ਜੇਕਰ ਕੋਈ ਜਗਿਆਸੂ ਬੁੱਧ ਰੂਪ ਧਰਤੀ 'ਚ ਵੈਰਾਗ ਰੂਪੀ ਖਾਦ ਪਾਵੇ, ਪ੍ਰੇਮ ਦਾ ਪਾਣੀ ਲਾਵੇ, ਵਿਚਾਰ ਰੂਪੀ ਹਲ ਨਾਲ ਵੀ ਵਾਹੁਣਾ ਕਰੇ, ਪਰ ਅੰਦਰੋਂ ਈਰਖਾ ਰੂਪੀ ਨਦੀਨ ਪੁੱਟੇ ਹੀ ਨਾ, ਜਾਂ ਉਹ ਵੀ ਪੁੱਟ ਲਵੇ,
ਅਤੇ ਇਉਂ ਗੁਣਾਂ ਵਾਲਾ ਹੋ ਕੇ ਬੁੱਧ ਰੂਪ ਧਰਤੀ ਨੂੰ ਸਾਧਨਾ ਕਰੇ। ਪਰ ਗੁਰ ਉਪਦੇਸ਼ ਨੂੰ ਬੀਜ ਬੀਜੇ ਤੋਂ ਬਿਨਾਂ ਪ੍ਰਭੂ ਦਾ ਗਿਆਨ ਪੈਦਾ ਨਹੀਂ ਹੁੰਦਾ ਹੈ। ਜਿਸ ਤਰ੍ਹਾਂ ਧਰਤੀ 'ਚੋਂ ਕੋਈ ਫਲ ਨਹੀਂ ਮਿਲਦਾ, ਇਸ ਤਰ੍ਹਾਂ ਬੁੱਧੀ ਦੇ ਵਿੱਚ ਕਥਾ ਕੀਰਤਨ ਸਰਵਣ ਤੋਂ ਬਗੈਰ, ਗੁਰਬਾਣੀ ਦੇ ਨਿਤਨੇਮ ਤੋਂ ਬਗੈਰ, ਵਾਹਿਗੁਰੂ ਨਾਮ ਦੇ ਅਭਿਆਸ ਤੋਂ ਬਗੈਰ ਕੋਈ ਬ੍ਰਹਮ ਗਿਆਨ ਆਦਿਕ ਦਾ ਫਲ ਗਿਆਨ ਨਾਲ ਗੱਲ ਨਹੀਂ ਢੂੰਢੀ ਹੈ, ਗੱਲਾਂ ਬਾਤਾਂ ਨਾਲ ਨਹੀਂ ਮਿਲਦਾ ਹੈ। ਸਾਰੇ ਕੰਮ ਆਪਾਂ ਪੈਸੇ ਦੇ ਕੇ ਕਰਵਾ ਸਕਦੇ ਹਾਂ। ਆਪਦੀ ਕੋਠੀ ਘਰ ਬਣਾ ਸਕਦੇ ਹਾਂ, ਮਿਸਤਰੀ ਮਜ਼ਦੂਰਾਂ ਨੂੰ ਪੈਸੇ ਦਿਓ, ਠੇਕਾ ਕਰੋ, ਕੁਰਸੀ ਢਾ ਕੇ ਬੈਠੇ ਰਹੋ, ਸੋਹਣਾ ਕੰਮ ਹੋ ਰਿਹਾ। ਸਭ ਕੁਛ ਠੇਕੇ 'ਤੇ ਹੋ ਸਕਦਾ। ਪੈਸੇ ਨਾਲ ਤਾਂ ਕੋਈ ਜਹਾਜ਼ ਵੀ ਖਰੀਦ ਸਕਦਾ, ਦੁਨੀਆ ਦੀ ਹਰੇਕ ਚੀਜ਼। ਪਰ ਇੱਕ ਜਿਹੜਾ ਗਿਆਨ ਹੈ ਇਹ ਪੈਸੇ ਨਾਲ ਮੁੱਲ ਨਹੀਂ ਮਿਲਦਾ। ਗਿਆਨ ਨਾਲ ਗੱਲਾਂ ਢੂੰਢੀਆਂ ਨਾ ਗੱਲਾਂ ਕਰਨ ਵਾਲਿਆਂ ਨੂੰ ਮਿਲਦਾ ਹੈ। ਦੁਨੀਆ 'ਚ ਉਹੀ ਬੰਦਾ ਕਾਮਯਾਬ ਹੈ ਜਿਹੜੀਆਂ ਬਹੁਤੀਆਂ ਗੱਲਾਂ ਕਰਨੀਆਂ ਜਾਣਦਾ ਹੋਵੇ। ਇੰਟਰਵਿਊ ਦੇ ਵਿੱਚ ਵੀ ਗੱਲਾਂ ਹੀ ਹੁੰਦੀਆਂ ਨੇ, ਜਿਹੜਾ ਜਿੱਤ ਗਿਆ ਜਿੱਤ ਗਿਆ। ਪਰ ਇਹ ਜਿਹੜਾ ਮਹਾਰਾਜ ਦਾ ਘਰ ਹੈ, ਨਾਮ ਬ੍ਰਹਮ ਗਿਆਨ ਦੀ ਬਾਤ ਹੈ, ਇਹ ਗੱਲਾਂ ਦੇ ਨਾਲ ਜਾਂ ਪੈਸੇ ਨਾਲ ਨਹੀਂ ਮਿਲਦੀ। ਇਹ ਕਮਾਈ ਦੇ ਨਾਲ ਆਪ ਕਮਾਓ ਅਬ ਰੱਬ ਦੇ ਸਿਰ ਸੁੱਟ ਕੇ ਬਸ ਮੂਰਖਾਂ ਵਾਂਗ ਲੱਗੇ ਰਹੋ ਲੱਗੇ ਰਹੋ। ਵੇਖਣ ਨੂੰ ਬੰਦਾ ਜਾਪੇ ਵੀ ਕਮਲਾ ਹੈ। ਇਸ ਤਰ੍ਹਾਂ ਕਮਾਈ ਕਰਨ ਤੋਂ ਪ੍ਰਾਪਤੀ ਹੁੰਦੀ ਹੈ। ਸ੍ਰੀ ਗੁਰੂ ਅਮਰਦਾਸ ਜੀ ਦੀਆਂ ਅੱਡੀਆਂ ਫਟ ਗਈਆਂ ਸਨ, ਪੈਰੀ ਜੁੱਤੀ ਨਹੀਂ ਪਾਉਣੀ। ਜੁੱਤੀ ਕਿੱਥੇ ਪਾਉਣੀ ਹੈ? ਗੁਰਦੁਆਰੇ ਰਹਿਣਾ, ਸੇਵਾ ਕਰਦੇ ਰਹਿਣਾ, ਪਾਣੀ 'ਚ ਪੈਰ ਭਿੱਜਦੇ ਰਹਿਣੇ। ਵਿਆਹੀਆਂ ਫਟ ਗਈਆਂ ਅਤੇ ਸਿਰ ਵੀ ਪੋਲਾ ਹੋ ਗਿਆ, ਗਾਗਰਾਂ ਢੋ ਢੋ ਕੇ। ਸਭ ਤੋਂ ਜ਼ਿਆਦਾ ਤਾਂ ਪਾਣੀ ਦਾ ਭਾਰ ਮੰਨਿਆ ਹੈ। ਗਾਗਰ ਭਰ ਕੇ ਬਿਆਸ ਤੋਂ ਪਤਾ ਨਹੀਂ ਇੱਕ ਨਹੀਂ ਲਿਆਉਂਦੇ ਸੀਗੇ। ਇਸ਼ਨਾਨ ਤਾਂ ਇੱਕ ਨਹੀਂ ਹੁੰਦਾ, ਬਾਕੀ ਸਾਰੀ ਦਿਹਾੜੀ ਲੰਗਰ 'ਚ ਢੋਂਦੇ ਰਹਿੰਦੇ ਸੀ, ਵਿਹਲੇ ਨਹੀਂ ਸਨ ਬੈਠਦੇ। ਵੇਖਿਆ ਵੀ ਪਾਣੀ ਦੀ ਘਾਟ ਪੂਰੀ ਹੋ ਗਈ ਹੈ, ਬਾਹਰ ਛਬੀਲ ਆ ਕੇ ਬੈਠ ਜਾਣਾ। ਇਹ ਪੂਰੀ ਘਾਲ ਕਮਾਈ 12 ਸਾਲ ਲਗਾਤਾਰ। ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਵੇਖਣ ਵਾਲੇ ਸਮਝਦੇ ਵੀ ਚੰਗਾ ਬੰਦਾ ਹੈ, ਕੱਲਾ ਕੱਲਾ ਬੱਚਾ ਹੈ ਘਰ ਦਿਆਂ ਦਾ, ਅਤੇ ਇੱਜ਼ਤ ਮਾਣ ਵਾਲਾ ਘਰ ਹੈ। ਅਤੇ ਵੇਖ ਕੱਪੜੇ ਮਿੱਟੀ ਨਾਲ ਭਰੇ ਹੋਏ ਨੇ, ਸਿਰ 'ਤੇ ਟੋਕਰੀ ਚੁੱਕੀ, ਜਿਸ ਤਰ੍ਹਾਂ ਨੌਕਰ ਹੋਵੇ, ਮਜ਼ਦੂਰ ਹੋਵੇ। ਸਹੁਰਿਆਂ ਦੇ ਘਰ ਕੰਮ ਕਰਨਾ ਬੜਾ ਔਖਾ ਹੈ। ਵਿਆਹ ਕਰਾ ਕੇ ਵੀ ਗੁਰੂ ਰਾਮਦਾਸ ਜੀ ਟੋਕਰੀ ਢੋਂਦੇ ਰਹੇ, ਬੀਬੀ ਪਾਨੀ ਪ੍ਰਸ਼ਾਦੇ ਪਕਾਉਂਦੀ ਰਹੀ ਸੰਗਤ ਦੇ। ਤੋ ਇਸ ਤਰ੍ਹਾਂ ਕਮਾਈ ਤੋਂ ਹੀ ਲਹਿਰਾਂ ਬਹਿਰਾਂ। ਵੇਖੋ ਹੁਣ ਸੱਚਖੰਡ ਹਰਿਮੰਦਰ ਸਾਹਿਬ ਕਿੰਨਾ ਤੇਜ਼ ਪ੍ਰਤਾਪ ਹੈ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ। ਛਤਰ ਨਹੀਂ ਝੁੱਲਦੇ। ਜੇ ਕਹੇ ਵੀ ਗੱਲਾਂ ਦੇ ਨਾਲ ਹੀ ਸਭ ਕੁਛ ਮਿਲਿਆ, ਭਾਈ ਗੁਰਦਾਸ ਜੀ ਕਹਿੰਦੇ ਨੇ ਦਿੱਤਾ ਲਈਏ ਆਪਣਾ, ਅਣ ਦਿੱਤਾ ਕਿਛ ਹੱਥ ਨਾ ਆਵੇ। ਇਉਂ ਬੀਜ ਬੀਜਣਾ ਪਊਗਾ ਤਾਂ ਮਹਾਰਾਜ ਦਾ ਗਿਆਨ ਪੈਦਾ ਹੁੰਦਾ ਹੈ। ਰਾਮ ਨਾਮ ਬਿਨਾ ਮੁਕਤ ਨ ਹੋਈ ਹੈ। ਘਰ ਬੈਠਿਆਂ ਹੱਥ 'ਤੇ ਹੱਥ ਰੱਖਿਆ ਮੁਕਤੀ ਨਹੀਂ ਮਿਲਣੀ ਹੈ। ਗੁਰਦੁਆਰੇ ਆਉਣਾ ਪਊਗਾ, ਸੇਵਾ ਕਰਨੀ ਪਊ, ਸਿਮਰਨ ਕਰਨਾ ਪਊਗਾ, ਕਥਾ ਕੀਰਤਨ ਸੁਣਨਾ ਪਊਗਾ। ਗੁਰੂ ਉਪਦੇਸ਼ ਦੁਆਰਾ ਪਰਮੇਸ਼ਰ ਦਾ ਨਾਮ ਜਪੇ ਤੋਂ ਬਿਨਾਂ ਉਂਝ ਹੀ ਮੁਕਤੀ ਮੁੱਲ ਨਹੀਂ ਮਿਲਦੀ। ਆਸੂ ਜਨ ਸਕਾਮ ਕਰਮਾਂ ਰੂਪੀ ਪਾਣੀ ਨੂੰ ਰਿੜਕੇ ਤਾਂ ਅਤਿਅੰਤ ਹੀ ਸਰੀਰਕ ਥਕਾਵਟ ਤਾਂ ਪਾ ਲੈਂਦਾ ਹੈ, ਪਰ ਸਕਾਮ ਕਰਮਾਂ ਰੂਪੀ ਪਾਣੀ ਵਿੱਚੋਂ ਨੈਨੂੰ ਕੈਸੇ ਰਿਸਾ। ਬ੍ਰਹਮਾਨੰਦ ਰੂਪੀ ਮੱਖਣ ਕਿਸ ਤਰ੍ਹਾਂ ਕੱਢ ਸਕਦਾ, ਕਿਵੇਂ ਰਿਸਕ ਸਕਦਾ, ਨਿਕਲ ਸਕਦਾ। ਮਤਲਬ ਬ੍ਰਹਮਾਨੰਦ ਰੂਪ ਮੱਖਣ ਨਹੀਂ ਨਿਕਲ ਸਕਦਾ, ਸਗੋਂ ਵਿਸ਼ੇ ਸੁਖ ਰੂਪੀ ਝਾਗੀ ਹੀ ਨਿਕਲੇਗੀ। ਬਿਨ ਗੁਰ ਭੇਟੇ ਮੁਕਤ ਨ ਕਾਹੂ। ਗੁਰੂ ਸਾਹਿਬ ਜੀ ਦੇ ਮਿਲੇ ਤੋਂ ਬਿਨਾਂ ਕਿਸੇ ਪੁਰਖ ਦੀ ਮੁਕਤੀ ਨਹੀਂ ਹੁੰਦੀ ਹੈ। ਬਿਨ ਗੁਰ ਪੂਰੇ ਨਾਹੀਂ ਉਧਾਰ। ਕੀ ਆਖਿਆ ਜੀ ਮੈਂ? ਧਿਆਨ ਦਿਓ। ਹਾਂਜੀ, ਇਹ ਪੰਕਤੀ ਨੂੰ ਜ਼ਬਾਨੀ ਯਾਦ ਰੱਖਿਓ। ਕੋਈ ਵੀ ਸਵਾਲ ਕਰੇ ਵੀ ਅੰਮ੍ਰਿਤ ਛਕਣ ਦੀ ਲੋੜ ਹੈ, ਨਹੀਂ ਲੋੜ, ਕਿਉਂ ਲੋੜ ਹੈ, ਸਤਿਗੁਰੂ ਜੀ ਦੀ ਇਹ ਪੰਕਤੀ ਹੈ, ਮਹਾਰਾਜ ਦੀ ਬਾਣੀ 'ਚ ਲਿਖੀ ਹੋਈ ਹੈ। ਗੁਰੂ ਤਾਂ ਬਥੇਰੇ ਨੇ, ਪਰ ਸਾਡਾ ਗੁਰੂ ਤਾਂ ਪੂਰਾ